ਅੱਜ ਜੇ ਤੁਸੀਂ ਸਹੀ ਮਾਇਨੇ 'ਚ ਕਹੋ ਤਾਂ ਵਿਭਾਗ ਬਦਲਣ ਦਾ ਰਾਜ ਖੁੱਲ੍ਹ ਗਿਆ ਜੀ। ਜੇਕਰ ਤੁਸੀਂ ਸਹੀ ਮਾਇਨੇ 'ਚ ਕਹੋ ਤਾਂ ਅਮਨ ਅਰੋੜਾ ਦੇ ਪਰ ਕਿਉਂ ਕੁਤਰੇ ਕਿ ਉਹਦਾ ਰਾਜ ਖੁੱਲ੍ਹ ਗਿਆ। ਕੀ ਉਹੀ ਅਮਨ ਅਰੋੜੇ ਨਾਲ ਹੋਇਆ ਕਿ ਅਮਨ ਅਰੋੜੇ ਨੇ ਕਿਤੇ ਚੈੱਕ ਤੇ ਦਸਤਖਤ ਕਰਨੋਂ ਇਨਕਾਰ ਕਰਤੇ, ਪੈਸੇ ਦੀ ਅਦਾਇਗੀ ਕਰਨੋਂ ਇਨਕਾਰ ਕਰਤੀ ਤੇ ਉਹਨੂੰ ਕਹਿ ਕੇ ਚੱਲ ਤੂੰ ਤੇ ਅਸੀਂ ਆਪਣਾ ਮੰਤਰੀ ਲਾਵਾਂਗੇ, ਉਹ ਤੋਂ ਦਸਤਖਤ ਕਰਾਵਾਂਗੇ। ਹੁਣ ਜੋੜੇ ਮਾਜਰਾ ਕੰਮ ਕਰਨਗੇ, ਪਰ ਜੋੜੇ ਮਾਜਰਾ ਦਾ ਵੀ ਪਤਾ ਹੈ ਇੱਕ ਵਾਰ ਉਹਨੇ BC ਨੂੰ ਲੰਮਾ ਪਾ ਲਿਆ ਸੀ ਗੰਦੇ ਗੱਦੇ ਨੇ, ਸੋ ਇਸ ਲਈ ਇਹ ਵੀ ਦਿੱਲੀ ਵਾਲੇ ਯਾਦ ਰੱਖਣ, ਜੇ ਉਹਦਾ ਜਾਗ ਪਿਆ ਜੱਟਪਣਾ ਦਾ ਪਤਾ ਨਹੀਂ ਕਿਹਨੂੰ ਲੰਮਾ ਪਾ ਲਵੇ। ਕਿ ਜਨਾਬ ਯਾਦ ਕਰ ਲਓ, ਦਿੱਲੀ ਵਾਲਿਆਂ ਉੱਪਰ ਰਾਜਪਾਲ ਨੇ 97 ਕਰੋੜ ਦਾ ਹਿਸਾਬ ਮੰਗ ਲਿਆ ਕਿ ਵਾਪਸ ਲਓ ਜੀ, ਤੇ ਕੱਲ੍ਹ ਨੂੰ ਆਇਆ ਨਾ ਹੋਵੇ ਅਗਲੇ ਕਹਿਣਗੇ ਅਮਨ ਅਰੋੜਾ ਤੋਂ ਲੈ ਲਓ। ਤੇ ਅਮਨ ਅਰੋੜਾ ਨੂੰ ਗੱਲ ਕਹਿੰਦੇ ਦਿਲ ਨੂੰ ਲੱਗ ਗਈ, ਤੇ ਉਹਨੂੰ ਕਿਹਾ ਕਿ ਹਾਂ ਵੀ ਇਹ ਤਾਂ ਪੈਸੇ ਦੀ ਦੁਰਵਰਤੋਂ ਆ, ਤੇ ਕਹਿੰਦੇ ਉਹਨੇ ਦਸਤਖਤ ਕਰਨੋਂ ਇਨਕਾਰ ਕਰਤੇ। PBI ਪਹਿਲਾਂ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਹਵਾਲੇ ਨਾਲ ਪੁੱਛਗਿੱਛ ਲਈ ਬੁਲਾਉਂਦੀ ਆ, 8 ਘੰਟੇ ਪੁੱਛਗਿੱਛ ਕਰਦੀ ਆ, ਫਿਰ ਉਹ ਤੱਥ ਦਿੰਦੀ ਆ ਇੰਨੇ ਬੜੇ ਕਿ ਜੀ ਸਿਮ ਬਦਲੇ, ਫੋਨ ਭੰਨੇ, ਆਹ ਕੀਤਾ, ਕੇਜਰੀਵਾਲ ਦੇ ਘਰੇ ਹੋਇਆ, ਕਮਿਸ਼ਨ ਵਧਾਇਆ, ਤੇ ਜੀ ਆਖਰ ਦੂਸਰੀ ਵਾਰ ਉਹਨੂੰ ਗ੍ਰਿਫਤਾਰ ਕੀਤਾ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਕੱਲ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਸੀ, ਜਦੋਂ ਮਾਨ ਸਰਕਾਰ ਦੇ ਮੰਤਰੀਆਂ ਦੇ ਜਿਹੜੇ ਅਹੁਦਿਆਂ ਦਾ ਫੇਰਬਦਲ ਹੋਇਆ ਸੀ, ਅਹੁਦੇ ਇੱਧਰ ਉੱਧਰ ਹੋਏ ਸੀ, ਤਾਂ ਅਮਨ ਅਰੋੜਾ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਸੀ ਕਿ ਉਹਨਾਂ ਤੋਂ ਅਹੁਦੇ ਜਿਹੜੇ ਕਿਉਂ ਲਏ ਗਏ ਨੇ, ਸਾਰੇ ਵਿਭਾਗ ਕਿਉਂ ਲੈ ਲਏ। ਤੁਸੀਂ ਕੱਲ ਜ਼ਿਕਰ ਕਰ ਰਹੇ ਸੀ ਕਿ ਅਮਨ ਅਰੋੜਾ ਆਪਣੀ ਗੱਲ ਤੇ ਅੜ ਜਾਂਦੇ ਸੀ, ਹੋ ਸਕਦਾ ਕਿ ਇਸ ਕਰਕੇ ਉਹਨਾਂ ਤੋਂ ਵਿਭਾਗ ਲਏ ਹੁਣ, ਪਰ ਹੁਣ ਹੋਰ ਵੀ ਵੱਡੇ ਕਾਰਨ ਸਾਹਮਣੇ ਆ ਰਹੇ ਨੇ। ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਦੋਂ ਕੱਲ ਆਪਾਂ ਚਰਚਾ ਕਰ ਰਹੇ ਸੀ ਕਿ ਦਿਖਾਉਣ ਲਈ ਤਾਂ ਇਹ ਹੈ ਕਿ ਹਾਂ ਜੀ ਇਕੱਲੇ ਅਮਨ ਅਰੋੜਾ ਦੇ ਵਿਭਾਗ ਥੋੜਾ ਬਦਲੇ ਨੇ, ਉਹ ਤਾਂ 5 ਹੋਰ ਮੰਤਰੀ ਵੀ ਨਾਲ ਨੇ, ਹੋਰ ਛੋਟੇ ਮੁੱਖ ਮੰਤਰੀ ਦੇ ਵਿਭਾਗ ਵੀ ਨਾਲ ਨੇ, ਇਸ ਲਈ ਇਹ ਤਾਂ ਉਹੀ ਮੁੱਦਾ ਬਣਾਇਆ ਜਾ ਰਿਹਾ। ਪਰ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਹਿਮ ਵਿਭਾਗ 2 ਅਮਨ ਅਰੋੜਾ ਤੋਂ ਹੀ ਵਾਪਸ ਲਏ ਗਏ ਨੇ। ਬਾਕੀਆਂ ਦੇ ਉਸੇ ਤਰ੍ਹਾਂ ਦੇ ਆਏ, ਉਸੇ ਤਰ੍ਹਾਂ ਦੇ ਗਏ, ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆਉਂਦਾ। ਪਰ ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਵਾਲਾ ਵਿਭਾਗ, ਨਿਰਮਾਣ ਵਾਲਾ ਵਿਭਾਗ ਉਹ ਲੈਣਾ, ਫਿਰ ਇਸ ਤਰ੍ਹਾਂ ਲੋਕ ਸੰਪਰਕ ਵਿਭਾਗ ਲੈਣਾ। ਸੋ ਇੱਕ ਵਿਭਾਗ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ, ਦੂਸਰਾ ਜੋੜੇ ਮਾਜਰਾ ਨੂੰ ਦਿੱਤਾ। ਸੋ ਇਸ ਲਈ ਉਹ ਚਰਚਾਵਾਂ ਸੀਗੀਆਂ ਕਿ ਇਹਦਾ ਮਤਲਬ ਕਿਤੇ ਨਾ ਕਿਤੇ ਕੁਛ ਹੈਗਾ, ਕਿਉਂਕਿ ਇਹ ਆਮ ਧਾਰਨਾ ਬਣ ਚੁੱਕੀ ਹੈ ਕਿ ਲੋਕ ਸੰਪਰਕ ਵਿਭਾਗ ਹੁਣ ਲੋਕਾਂ ਨਾਲ ਸੰਪਰਕ ਸਾਧਣ ਵਾਲਾ ਵਿਭਾਗ ਨਾ ਰਹਿ ਕੇ ਮੀਡੀਆ ਨੂੰ ਕੰਟਰੋਲ ਕਰਨ ਵਾਲਾ ਵਿਭਾਗ ਬਣ ਕੇ ਰਹਿ ਗਿਆ। ਤੇ ਉਹ ਮੀਡੀਆ ਨੂੰ ਕੰਟਰੋਲ ਕਰਨ ਲਈ ਪੰਜਾਬ 'ਚ ਚਰਚਾ ਕਿ ਪੰਜਾਬ ਦੇ ਮੀਡੀਆ ਨੂੰ, ਨੈਸ਼ਨਲ ਮੀਡੀਆ ਨੂੰ, ਅਖਬਾਰਾਂ ਨੂੰ, ਪੱਤਰਕਾਰਾਂ ਨੂੰ, ਅਦਾਰਿਆਂ ਨੂੰ ਅੱਜ ਕੱਲ੍ਹ ਦਿੱਲੀ ਦੀ ਟੀਮ ਕੰਟਰੋਲ ਕਰਦੀ ਹੈ ਜੀ। ਸੋ ਦਿੱਲੀ ਦੀ ਟੀਮ ਦੀ ਕੰਟਰੋਲ ਦੇ ਵਿੱਚ ਕੀ ਲੋਕ ਸੰਪਰਕ ਵਿਭਾਗ ਆੜੇ ਆ ਰਿਹਾ ਸੀ, ਕੀ ਉਹਨਾਂ ਦੇ ਮੰਤਰੀ ਕੋਈ ਆੜੇ ਆ ਰਹੇ ਸੀ, ਇਹ ਚਰਚਾ ਆਪਾਂ ਕੱਲ ਕਰ ਰਹੇ ਸੀ ਕਿ ਕਿਤੇ ਉਹ ਕਾਰਨ ਤਾਂ ਨਹੀਂ ਬਣੇ। ਪਰ ਅੱਜ ਜੇ ਤੁਸੀਂ ਸਹੀ ਮਾਇਨੇ 'ਚ ਕਹੋ ਤਾਂ ਵਿਭਾਗ ਬਦਲਣ ਦਾ ਰਾਜ ਖੁੱਲ੍ਹ ਗਿਆ। ਜੇਕਰ ਤੁਸੀਂ ਸਹੀ ਮਾਇਨੇ 'ਚ ਕਹੋ ਤਾਂ ਅਮਨ ਅਰੋੜਾ ਦੇ ਪਰ ਕਿਉਂ ਕੁਤਰੇ ਕਿ ਉਹਦਾ ਰਾਜ ਖੁੱਲ੍ਹ ਗਿਆ। ਜਤਿੰਦਰ ਜੀ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਨੇ ਤੇ ਕਹਿੰਦੇ ਜੀ ਮੋਦੀ ਜੀ ਚਾਹੁੰਦੇ ਨੇ ਜਾਂ ਸਰਕਾਰ ਚਾਹੁੰਦੀ ਹੈ ਉਹਨਾਂ ਦੀ ਕਿ RBI ਕੋਲ ਜਿਹੜਾ ਰਾਖਵਾਂ ਫੰਡ ਪਿਆ ਨਾ ਔਖੇ ਭਾਰੇ ਸਮੇਂ ਵਰਤਣ ਲਈ, ਉਹ ਆਪਾਂ ਕਢਾ ਲਓ। ਉਹ ਕਢਾਉਣ ਦੇ ਲਈ ਕਹਿੰਦੇ ਜੀ RBI ਦੇ ਚੀਫ ਰਘੂ ਰਾਮ ਰਾਜਨ ਨੂੰ ਕਹਿੰਦੇ ਨੇ ਪਾ ਦੇ ਵੀ ਦਸਤਖਤ, ਚੈੱਕ ਤੇ ਸਾਈਨ ਕਰ ਦੇ। ਉਹ ਕਹਿੰਦਾ ਨਾ, ਲੋਕਾਂ ਲਈ ਪੈਸਾ ਮੈਂ ਨਹੀਂ ਦਸਤਖਤ ਕਰਦਾ ਇਹ। ਤੇ ਨਤੀਜਾ ਰਘੂ ਰਾਮ ਰਾਜਨ ਨੂੰ ਕਹਿੰਦੇ ਚੱਲ ਤੂੰ, ਅਸੀਂ ਆਪਣਾ RBI ਮੁਖੀ ਲਾਵਾਂਗੇ ਤੇ ਉਹ ਤੋਂ ਦਸਤਖਤ ਕਰਾਵਾਂਗੇ। ਤੇ ਨਵਾਂ RBI ਚੀਫ ਲਾਇਆ ਤੇ ਉਹ ਤੋਂ ਬਾਅਦ ਪੈਸੇ ਕਢਾ ਲਏ। ਕੀ ਉਹੀ ਅਮਨ ਅਰੋੜੇ ਨਾਲ ਹੋਇਆ ਕਿ ਅਮਨ ਅਰੋੜੇ ਨੇ ਕਿਤੇ ਚੈੱਕ ਤੇ ਦਸਤਖਤ ਕਰਨੋਂ ਇਨਕਾਰ ਕਰਤੇ, ਪੈਸੇ ਦੀ ਅਦਾਇਗੀ ਕਰਨੋਂ ਇਨਕਾਰ ਕਰਤੀ, ਤੇ ਉਹਨੂੰ ਕਹਿ ਕੇ ਚੱਲ ਤੂੰ ਤੇ ਅਸੀਂ ਆਪਣਾ ਮੰਤਰੀ ਲਾਵਾਂਗੇ, ਉਹ ਤੋਂ ਦਸਤਖਤ ਕਰਾਵਾਂਗੇ। ਹੁਣ ਜੋੜੇ ਮਾਜਰਾ ਆਪਣੇ ਹਿਸਾਬ ਨਾਲ ਕੰਮ ਕਰਨਗੇ, ਪਰ ਜੋੜੇ ਮਾਜਰਾ ਦਾ ਵੀ ਪਤਾ ਹੈ ਇੱਕ ਵਾਰ ਉਹਨੇ BC ਨੂੰ ਲੰਮਾ ਪਾ ਲਿਆ ਸੀ ਗੰਦੇ ਗੱਦੇ ਨੇ, ਸੋ ਇਸ ਲਈ ਇਹ ਵੀ ਦਿੱਲੀ ਵਾਲੇ ਯਾਦ ਰੱਖਣ, ਜੇ ਉਹਦਾ ਜਾਗ ਪਿਆ ਜੱਟਪਣਾ ਦਾ ਪਤਾ ਨਹੀਂ ਕਿਹਨੂੰ ਲੰਮਾ ਪਾ ਲਵੇ। ਚਲੋ, ਪਰ ਹੁਣ ਹੋਇਆ ਕੀ ਜਤਿੰਦਰ ਜੀ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇਸ਼ਤਿਹਾਰ ਦਿੱਤੇ ਤੇ ਉਹ ਇਸ਼ਤਿਹਾਰ ਦਿੱਤੇ ਜੀ ਕਿ ਸਾਡੀ ਸਰਕਾਰ ਨੇ ਆਹ ਕੀਤਾ, ਸਾਡੀ ਸਰਕਾਰ ਨੇ ਉਹ ਕੀਤਾ, ਸਾਡੀ ਸਰਕਾਰ ਨੇ ਇੱਥੇ ਆਹ ਕਰਤਾ, ਪੁਲ ਇੰਨੇ ਵਾਲਾ ਇੰਨੇ 'ਚ ਬਣਾਤਾ। ਤੇ ਉਹ ਇਸ਼ਤਿਹਾਰ ਦਿੱਤੇ ਤੇ ਉੱਪਰ ਰਾਜਪਾਲ ਨੇ ਬੁਲਾ ਲਿਆ, ਕਹਿੰਦਾ ਭਾਈ ਆਹ ਸਰਕਾਰੀ ਇਸ਼ਤਿਹਾਰ ਘੱਟ, ਪਾਰਟੀ ਦਾ ਪ੍ਰਚਾਰ ਵੱਧ ਕਰਦੇ ਲੱਗਦੇ ਨੇ। ਇਹ ਤਾਂ ਕੇਜਰੀਵਾਲ ਮਨੀਸ਼ ਸਿਸੋਦੀਆ ਦਾ ਪ੍ਰਚਾਰ ਹੈ, ਇਹ ਤਾਂ ਉਹਨਾਂ ਦੀ ਪਾਰਟੀ ਦਾ ਪ੍ਰਚਾਰ ਹੈ। ਸਰਕਾਰੀ ਖਜ਼ਾਨੇ ਦੇ ਬੋਝ ਕਿਉਂ? 97 ਕਰੋੜ ਰੁਪਇਆ ਕਹਿੰਦਾ ਵਸੂਲੋ ਆਮ ਆਦਮੀ ਪਾਰਟੀ ਤੋਂ।
ਜੀ ਲਿਆਓ ਕਹਿੰਦਾ ਕੇਜਰੀਵਾਲ ਆਪਣੇ ਕੋਲੋਂ ਦਵੇ, ਮਨੀਸ਼ ਸਿਸੋਦੀਆ ਆਪਣੇ ਕੋਲੋਂ ਦਵੇ, ਲੀਡਰ ਆਪਣੇ ਕੋਲੋਂ ਦੇਣ, ਪਾਰਟੀ ਦਵੇ, ਇਹ ਸਰਕਾਰ ਦਾ ਪੈਸਾ ਨਹੀਂ ਅਸੀਂ ਖਰਾਬ ਹੋਣ ਦਿਆਂਗੇ। ਜੀ ਉਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਨੇ ਹਿਸਾਬ ਮੰਗ ਲਿਆ ਕਿ ਲਿਆਓ ਭਾਈ ਇਸ਼ਤਿਹਾਰਾਂ ਦਾ ਕੀ ਹਿਸਾਬ ਹੈ ਤੁਹਾਡਾ। ਜੀ ਪੰਜਾਬ ਦੇ ਸਰਕਾਰੀ ਇਸ਼ਤਿਹਾਰਾਂ ਦੀ ਆੜ 'ਚ ਤੁਸੀਂ ਜਿਹੜੇ ਦੂਏ ਸੂਬਿਆਂ 'ਚ ਜਾ ਇਸ਼ਤਿਹਾਰ ਲਾਈ ਜਾਂਦੇ ਹੋ, ਬੋਰਡਾਂ ਤੇ ਪੈਸੇ, ਅਖਬਾਰਾਂ ਤੇ ਪੈਸੇ, ਟੀਵੀ ਚੈਨਲਾਂ ਤੇ ਪੈਸੇ, ਉਹਦਾ ਹਿਸਾਬ ਮੰਗ ਲਿਆ। ਜੀ ਹੁਣ ਉਹ ਹਿਸਾਬ ਜਦੋਂ ਮੰਗ ਲਿਆ ਤਾਂ ਉਸੇ ਮਾਮਲੇ ਦੇ ਵਿੱਚ ਲੱਗ ਰਿਹਾ ਕਿ ਅਮਨ ਅਰੋੜਾ ਦੀ ਬਲੀ ਲਈ ਗਈ ਆ। ਜਤਿੰਦਰ ਜੀ, ਪੰਜਾਬ ਦੀ ਸਰਕਾਰ ਨੇ, ਪੰਜਾਬ ਤਾਂ ਪੰਜਾਬ, ਜੀ ਦਿੱਲੀ 'ਚ, ਹਰਿਆਣੇ 'ਚ, ਹਿਮਾਚਲ 'ਚ, ਰਾਜਸਥਾਨ 'ਚ, ਆਂਧਰਾ ਪ੍ਰਦੇਸ਼ 'ਚ, ਕਰਨਾਟਕਾ 'ਚ, ਮੱਧ ਪ੍ਰਦੇਸ਼ 'ਚ ਤੇ ਗੁਜਰਾਤ 'ਚ ਜੀ ਇਸ਼ਤਿਹਾਰਾਂ ਦੀ ਝੜੀ ਲਾਤੀ। ਬਿਲਕੁਲ। ਖਾਸ ਕਰ ਹਿਮਾਚਲ, ਰਾਜਸਥਾਨ, ਹਰਿਆਣਾ ਤੇ ਆ ਗੁਜਰਾਤ ਤਾਂ ਪੁੱਛੋ ਨਾ ਜਦੋਂ ਚੋਣਾਂ ਲੜੀਆਂ। ਜੀ ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚੋਂ 45 ਲੱਖ ਦਾ ਵੀ ਹਿਸਾਬ ਆ ਜਾਵੇ ਸਾਹਮਣੇ ਕਿ ਹਾਂ ਉਹ ਜਹਾਜ਼ ਜਿਹੜਾ ਇੱਕ ਦਿਨ ਦੇ ਕਿਰਾਏ ਤੇ ਖਰਚਿਆ। ਪਰ ਜਿਹੜਾ ਆਹ ਮਾਮਲਾ ਆਇਆ, ਇਹ ਜਿਹੜੇ ਇਸ਼ਤਿਹਾਰਾਂ ਦਾ ਸੀਗਾ ਕਿ ਇਸ਼ਤਿਹਾਰ ਦਿੱਤੇ ਉਹਨਾਂ ਦੀ ਭਾਸ਼ਾ 'ਚ, ਉੱਥੇ 'ਚ ਕਹਿ ਕੇ ਇਹ ਕਿ ਪੰਜਾਬ ਸਰਕਾਰ ਦਾ ਪ੍ਰਚਾਰ ਥੋੜਾ ਕਰ ਰਹੀ ਸੀ, ਉੱਥੇ ਉਹ ਤਾਂ ਤੁਸੀਂ ਝਾੜੂ ਦਾ ਪ੍ਰਚਾਰ ਕਰ ਰਹੇ ਸੀ, ਤੁਸੀਂ ਵੋਟਾਂ ਲੈਣੀਆਂ ਸੀ। ਸੋ ਇਸ ਲਈ ਉਸ ਪਹਿਲੂ ਦੇ ਹੁਣ ਬਿੱਲ ਪਾਸ ਹੋਣੇ ਸੀ। ਜੀ ਤੇ ਜਦੋਂ ਬਿੱਲ ਪਾਸ ਹੋਣੇ ਸੀ ਤਾਂ ਉਹ ਕਹਿੰਦੇ ਜੀ ਲੋਕ ਸੰਪਰਕ ਵਿਭਾਗ ਨੂੰ ਕਹੋ ਕਿ ਕਰੇ ਪੈਸੇ। ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਕੌਣ? ਅਮਨ ਅਰੋੜਾ। ਤੇ ਅਮਨ ਅਰੋੜਾ ਨੂੰ ਅਫਸਰਾਂ ਨੇ ਕਿਹਾ ਕਿ ਜਨਾਬ ਯਾਦ ਕਰ ਲਓ, ਦਿੱਲੀ ਵਾਲੇ ਉੱਪ ਰਾਜਪਾਲ ਨੇ 97 ਕਰੋੜ ਦਾ ਹਿਸਾਬ ਮੰਗ ਲਿਆ ਕਿ ਵਾਪਸ ਲਓ। ਤੇ ਕੱਲ ਨੂੰ ਆਇਆ ਨਾ ਹੋਵੇ ਅਗਲੇ ਕਹਿਣਗੇ ਅਮਨ ਅਰੋੜਾ ਤੋਂ ਲੈ ਲਓ, ਕਿ 10 ਕਾ ਸੋਚ ਕੇ ਕਰਿਓ, ਆਪਾਂ ਪੈਸੇ ਜੇ ਰਿਲੀਜ਼ ਕਰਤੇ ਕੱਲ ਨੂੰ ਆਪਾਂ ਫਸ ਵੀ ਸਕਦੇ ਹਾਂ। ਸਾਡੇ ਵਾਲੇ ਰਾਜਪਾਲ ਨੇ ਵੀ ਹਿਸਾਬ ਮੰਗਿਆ ਤੇ ਅਮਨ ਅਰੋੜਾ ਨੂੰ ਗੱਲ ਕਹਿੰਦੇ ਦਿਲ ਨੂੰ ਲੱਗ ਗਈ। ਤੇ ਉਹਨਾਂ ਨੇ ਕਿਹਾ ਕਿ ਹਾਂ ਵੀ ਇਹ ਤਾਂ ਪੈਸੇ ਦੀ ਦੁਰਵਰਤੋਂ ਆ। ਤੇ ਕਹਿੰਦੇ ਉਹਨੇ ਦਸਤਖਤ ਕਰਨੋਂ ਇਨਕਾਰ ਕਰਤੇ। ਫਿਰ ਉਹਦਾ ਫਾਰਮੂਲਾ ਕੱਢਿਆ। ਫਾਰਮੂਲਾ ਕੱਢਿਆ ਕਿ ਅੱਛਾ ਸਕੂਲਾਂ ਦਾ ਪ੍ਰਚਾਰ ਕੀਤਾ ਕਿ ਪੰਜਾਬ 'ਚ ਸਿੱਖਿਆ ਇੰਨੀ ਵਧੀਆ ਹੋ ਗਈ, ਸਕੂਲ ਉਹ ਨਵੇਂ ਸਕੂਲ ਬਣਾਤੇ ਜੀ, ਕਿਹੜੇ ਹੋਏ ਨਾ, ਤੇ ਲਓ ਜੀ ਕਹਿੰਦੇ ਜੀ ਐਂ ਕਰੋ ਫਿਰ ਸਿੱਖਿਆ ਵਿਭਾਗ ਤੋਂ ਪੈਸੇ ਲੈ ਲਓ ਉਹਦੇ। ਇਸੇ ਤਰ੍ਹਾਂ ਅੱਛਾ ਮਹੱਲਾ ਕਲੀਨਿਕਾਂ ਦਾ ਪ੍ਰਚਾਰ ਕੀਤਾ, ਸਿਹਤ ਵਿਭਾਗ ਕੋਲ ਚਲੇ ਜਾਓ, ਹੈ ਨਾ। ਕਿਸੇ ਹੋਰ ਯੋਜਨਾ ਦਾ ਆ ਬਿਜਲੀ ਮੁਫਤ ਦਿੱਤੀ, ਉਹਦਾ ਪ੍ਰਚਾਰ ਕੀਤਾ, ਪਾਵਰਕੌਮ ਕੋਲ ਚਲੇ ਜਾਓ। ਕਹਿੰਦੇ ਜੀ ਬਿੱਲ ਉੱਧਰ ਨੂੰ ਤੋਰਤੇ ਕਿ ਉਹਨਾਂ ਵਿਭਾਗਾਂ ਤੋਂ ਪਾਸ ਕਰਾ ਲਓ, ਪੈਸੇ ਰਿਲੀਜ਼ ਹੋ ਜਾਣਗੇ। ਉਹ ਵਿਭਾਗਾਂ ਦੇ ਅਧਿਕਾਰੀ ਕਹਿੰਦੇ, ਉਹ ਵਿਭਾਗਾਂ ਦੇ ਨੁਮਾਇੰਦੇ ਕਹਿੰਦੇ ਕਿ ਆਪਾਂ ਫਸ ਜਾਾਂਗੇ ਜਨਾਬ, ਕਿ ਆਪਾਂ ਤਾਂ ਰਿਲੀਜ਼ ਆਰਡਰ ਹੀ ਨਹੀਂ ਜਾਰੀ ਕੀਤਾ, ਅਸੀਂ ਜਦ ਇਸ਼ਤਿਹਾਰ ਹੀ ਨਹੀਂ ਦਿੱਤਾ ਤੇ ਅਸੀਂ ਪੈਸੇ ਕਾਹਦੇ ਦਈਏ? ਇਸ਼ਤਿਹਾਰ ਜਿਹੜੇ ਵਿਭਾਗ ਨੇ ਦਿੱਤਾ, ਜੇ ਲੋਕ ਸੰਪਰਕ ਨੇ ਦਿੱਤਾ ਲੋਕ ਸੰਪਰਕ ਦਵੇ, ਅਸੀਂ ਤਾਂ ਇਸ਼ਤਿਹਾਰ ਹੀ ਨਹੀਂ ਦਿੱਤਾ। ਤੇ ਲੋਕ ਸੰਪਰਕ ਵਾਲੇ ਕਹਿੰਦੇ ਸਾਤੋਂ ਕਿਹੜਾ ਪਾਸ ਕਰਾਇਆ, ਇਹ ਤਾਂ ਕੋਈ ਹੋਰੇ ਟੀਮ ਕਰਾਉਂਦੀ ਹੈ ਇਸ਼ਤਿਹਾਰ ਤਾਂ। ਤੇ ਹੁਣ ਉਹ ਦਿੱਲੀ ਵਾਲੀ ਟੀਮ ਜਿਹਨੇ ਕਹਿੰਦੇ ਇਸ਼ਤਿਹਾਰ ਲਵਾਏ, ਉਹ ਟੀਮ ਕਹਿੰਦੀ ਆ ਅਮਨ ਅਰੋੜਾ ਨੂੰ ਤੇ ਉਹਦੇ ਅਧਿਕਾਰੀਆਂ ਨੂੰ ਕਿ ਪੈਸੇ ਰਿਲੀਜ਼ ਕਰੋ ਤੇ ਅਸੀਂ ਪੈਸੇ ਦੇਣੇ ਇਹਨਾਂ ਨੂੰ। ਉਹ ਕਹਿੰਦੇ ਪੈਸੇ ਰਿਲੀਜ਼ ਨਹੀਂ। ਸੋ ਇਹ ਉਸੇ ਤਰ੍ਹਾਂ ਹੋਇਆ ਕਿ ਰਘੂ ਰਾਮ ਰਾਜਨ ਨੇ ਜਦੋਂ ਆਰਬੀਆਈ ਚੀਫ ਹੁੰਦਿਆਂ ਪੈਸੇ ਦੇਣ ਤੋਂ ਮੋਦੀ ਨੂੰ ਇਨਕਾਰ ਕੀਤਾ ਤੇ ਉਹਨੂੰ ਹਟਾ ਦਿੱਤਾ ਗਿਆ। ਉਹੀ ਕੀ ਅਮਨ ਅਰੋੜਾ ਨਾਲ ਇਹ ਰਾਜ ਪੰਜਾਬ ਦੇ ਸਕੱਤਰੇ 'ਚ, ਇਹ ਦਿੱਲੀ ਦੀਆਂ ਆਮ ਆਦਮੀ ਪਾਰਟੀ ਸਭਾ 'ਚ, ਇਹ ਪੰਜਾਬ ਦੇ ਮੀਡੀਆ 'ਚ ਤੇ ਪੰਜਾਬ ਦੀ ਸਰਕਾਰ ਦੇ ਅੰਦਰ ਖੂਬ ਚਰਚਾ ਹੈ ਕਿ ਅਮਨ ਅਰੋੜਾ ਇੱਕ ਤਰ੍ਹਾਂ ਨਾਲ ਅੜ ਗਏ। ਉਹਨਾਂ ਨੇ ਕਹਿੰਦੇ ਰਾਘਵ ਚੱਡਾ ਦੀ ਟੀਮ ਦੀ ਜਾਂ ਕੇਜਰੀਵਾਲ ਦੀ ਟੀਮ ਦੀ ਜਾਂ ਇਹਨਾਂ ਦਿੱਲੀ ਵਾਲੀ ਟੀਮ ਦੀ ਸੁਣੀ ਨਹੀਂ ਤੇ ਇਸ ਦਾ ਨਤੀਜਾ ਹੋਇਆ ਕਿ ਉਹਨਾਂ ਤੋਂ ਵਿਭਾਗ, ਇਹਦੇ ਤੱਥ ਹੋਰ ਸਾਹਮਣੇ ਆ ਜਾਂਦੇ ਨੇ। ਤੁਸੀਂ ਇਹ ਦੇਖੋ ਕਿ 30 ਕਰੋੜ ਦਾ ਮਾਮਲਾ ਆਇਆ ਸੀ ਕਿ ਸਿਹਤ ਵਿਭਾਗ ਦੇ ਹਵਾਲੇ ਜਿਹੜੇ ਮਹੱਲਾ ਕਲੀਨਿਕ ਬਣਾਏ ਉਹਨਾਂ ਦੇ ਪ੍ਰਚਾਰ ਤੇ 30 ਕਰੋੜ ਪੈਸੇ ਜਾਰੀ ਕਰ ਦਿਓ। ਅਜੋਏ ਸ਼ਰਮਾ ਅਧਿਕਾਰੀ ਅੜ ਗਿਆ, ਕਹਿੰਦਾ ਮੈਂ ਨਹੀਂ ਪੈਸੇ ਰਿਲੀਜ਼ ਕਰਦਾ, ਇੰਨੇ ਦਾ ਤੁਸੀਂ ਉੱਥੇ ਉਹਦੀ ਰਿਪੇਅਰ ਤੇ ਨਹੀਂ ਲਾਏ ਜਿੰਨੇ ਤੁਸੀਂ ਇਸ਼ਤਿਹਾਰ ਤੇ ਲਾਈ ਜਾਂਦੇ। ਤੇ ਨਤੀਜਾ ਅਜੋਏ ਸ਼ਰਮਾ ਨੂੰ ਹਟਾਤਾ। ਇਸੇ ਤਰ੍ਹਾਂ ਅਮਨ ਅਰੋੜਾ ਦੇ ਨਾਲ ਜਿਹੜੇ ਸਕੱਤਰ ਨੇ, ਉਹ ਕੀ ਨਾਂ ਹੈ, ਰਾਹੁਲ ਭੰਡਾਰੀ, ਉਹਨਾਂ ਨੂੰ ਹਟਾਤਾ, ਤਬਾਦਲਾ ਕਰਤਾ। ਉਸ ਤੋਂ ਬਾਅਦ BK ਮੀਨਾ ਆਏ, ਉਹਨਾਂ ਨੂੰ ਹਟਾਤਾ। ਸੋ ਇਸ ਲਈ ਇਸੇ ਤਰ੍ਹਾਂ ਜਿਹੜੇ ਦਿਹਾਤੀ ਵਿਕਾਸ ਨਾਲ ਸੰਬੰਧਿਤ ਸੀਗੇ ਸਾਡੇ ਵਿੱਤ ਕਮਿਸ਼ਨਰ ਸਰਬਜੀਤ, ਉਹਨਾਂ ਨੂੰ ਬਦਲਿਆ। ਸੋ ਇਹ ਤਬਾਦਲੇ ਇਸ ਲਈ ਹੁੰਦੇ ਰਹੇ ਕਿ ਅਧਿਕਾਰੀ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲੇ ਤੇ ਉਸੇ ਲੜੀ 'ਚ ਮੰਨਿਆ ਜਾ ਰਿਹਾ ਕਿ ਅਮਨ ਅਰੋੜਾ ਹੁਣ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਨਹੀਂ ਚੱਲੇ, ਇਸ ਲਈ ਉਹਨਾਂ ਤੋਂ ਲੋਕ ਸੰਪਰਕ ਵਿਭਾਗ ਵਾਪਸ ਲਿਆ ਕਿਉਂਕਿ ਉਹਨਾਂ ਨੇ ਪੈਸੇ ਰਿਲੀਜ਼ ਨਹੀਂ ਕੀਤੇ। ਇਹ ਤਾਂ ਕਹਿੰਦੇ ਹੁੰਦੇ ਸੀ ਖਜ਼ਾਨਾ ਭਰਨਾ, ਤੇ ਤੁਸੀਂ ਖਜ਼ਾਨੇ ਨੂੰ ਕਰ ਲਈ ਮੋਰੀ। ਸਿੱਖਿਆ ਵਿਭਾਗ ਦੇ ਲਈ, ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਦੇ ਲਈ ਤੁਹਾਡੇ ਕੋਲ ਫੰਡ ਨਹੀਂ ਹੈਗਾ, ਤੁਸੀਂ ਕਹਿੰਦੇ ਹਰ ਮਹੀਨੇ ਆ ਜਾਇਆ ਕਰੋ, ਪੈਸੇ ਮੰਗਣ ਦੇ ਦਿਆ ਕਰਾਂਗੇ, ਤੇ ਤੁਸੀਂ ਇਸ਼ਤਿਹਾਰਾਂ ਦੇ ਲਈ ਬਜਟ ਦੁੱਗਣਾ ਤੋਂ ਚੌਗਣਾ ਰੱਖ ਰਹੇ ਹੋ ਤੇ ਫਿਰ ਸਵਾਲ ਤਾਂ ਹੋਣਗੇ। ਸੋ ਜਿਹੜੇ ਕਹਿੰਦੇ ਸੀ ਖਜ਼ਾਨੇ 'ਚ ਪੈਸੇ ਪਾਵਾਂਗੇ, ਕਿ ਉਹਨਾਂ ਨੇ ਖਜ਼ਾਨੇ ਦੇ ਥੱਲੇੋਂ ਮੋਰੀ ਕਰ ਲਈ ਤੇ ਉਹ ਮੋਰੀ ਵੀ ਦਿੱਲੀ ਵਾਲੇ ਆਰੇ ਨਾਲ ਹੋਈ ਹੈ। ਸੋ ਇਹ ਆਪਣੇ ਆਪ ਸਵਾਲ ਹੈ ਕਿ ਕਿਤੇ ਨਾ ਕਿਤੇ ਇਹ ਪਹਿਲੂ ਬਣ ਰਿਹਾ ਕਿ ਅਮਨ ਅਰੋੜਾ ਦੇ ਪਰਖ ਉਤਰਨ ਦੇ ਪਿੱਛੇ ਕਾਰਨ ਇਹ ਹੈ ਕਿ ਉਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗਣ ਤੋਂ ਇਨਕਾਰ ਕਰ ਦਿੱਤਾ ਜਾਂ ਪੰਜਾਬ ਦਾ ਖਜ਼ਾਨੇ ਨੂੰ ਦੂਜੇ ਸੂਬਿਆਂ 'ਚ ਇਸ਼ਤਿਹਾਰਾਂ ਵਜੋਂ ਲਟਾਉਣ ਤੋਂ ਇਨਕਾਰ ਕਰਤਾ। ਇਹ ਕਾਰਨ ਬਣਿਆ। ਆਪ ਸਰਕਾਰ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਦਿੱਲੀ ਦੇ ਮੰਤਰੀਆਂ ਦੀ ਵੀ ਗੱਲਬਾਤ ਤੁਸੀਂ ਕਰ ਰਹੇ ਹੋ ਤੇ ਮਨੀਸ਼ ਸਿਸੋਦੀਆ ਨੂੰ ਲੈ ਕੇ ਇੱਕ ਖਬਰ ਹੈ। ਆਬਕਾਰੀ ਨੀਤੀ ਦੇ ਮਾਮਲੇ ਦੇ ਵਿੱਚ CBI ਦੇ ਵੱਲੋਂ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਇਸ ਤੋਂ ਬਾਅਦ ਇੱਕ ਹੋਰ ਮਾਮਲੇ ਦੇ ਵਿੱਚ ED ਦੇ ਵੱਲੋਂ ਵੀ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਗਈ ਸੀ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ CBI ਦੇ ਵੱਲੋਂ ਮਨੀਸ਼ ਸਿਸੋਦੀਆ ਤੇ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਕਿਉਂਕਿ CBI ਦੇ ਨਜ਼ਰ ਦੇ ਵਿੱਚ ਮਨੀਸ਼ ਸਿਸੋਦੀਆ ਜਾਸੂਸ ਵੀ ਨੇ। ਕਿਵੇਂ ਵੇਖਦੇ? ਬਿਲਕੁਲ ਜਤਿੰਦਰ ਜੀ,
ਸੀਬੀਆਈ ਪਹਿਲਾਂ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਹਵਾਲੇ ਨਾਲ ਜੀ ਪੁੱਛਗਿੱਛ ਲਈ ਬੁਲਾਉਂਦੀ ਆ, 8 ਘੰਟੇ ਪੁੱਛਗਿੱਛ ਕਰਦੀ ਆ, ਫਿਰ ਉਹ ਤੱਥ ਦਿੰਦੀ ਆ ਇੰਨੇ ਬੜੇ ਕਿ ਜੀ ਸਿਮ ਬਦਲੇ, ਫੋਨ ਭੰਨੇ, ਆਹ ਕੀਤਾ, ਕੇਜਰੀਵਾਲ ਦੇ ਘਰੇ ਹੋਇਆ, ਕਮਿਸ਼ਨ ਵਧਾਇਆ, ਤੇ ਜੀ ਆਖਰ ਦੂਸਰੀ ਵਾਰ ਉਹਨੂੰ ਗ੍ਰਿਫਤਾਰ ਕਰ ਲੈਂਦੀ ਜੀ। ਤੇ ਗ੍ਰਿਫਤਾਰੀ ਤੋਂ ਬਾਅਦ ਰਿਮਾਂਡ ਵੀ ਚੱਲਦਾ, ਫਿਰ ਅਗਲੀ ਵਾਰ ਆ ਕੇ ਰਿਮਾਂਡ ਨਹੀਂ ਮੰਗਦੇ, ਤੇ ਉੱਥੇ ਚਰਚਾ ਹੁੰਦੀ ਹੈ ਕਿ ਰਿਮਾਂਡ ਨਾ ਮੰਗਣ ਦਾ ਕਾਰਨ ਕੀ। ਫਿਰ ਅਚਾਨਕ ਈਡੀ ਪ੍ਰਗਟ ਹੁੰਦੀ ਆ। ਈਡੀ ਕਹਿੰਦੀ ਜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨਹੀਂ ਜੀ, ਆਹ ਲੈਣ ਦੇਣ ਦਾ ਮਾਮਲਾ ਜੀ, ਅਸੀਂ ਆਹ ਘੋਖਣਾ ਜੀ, ਇਹ ਬਾਹਰ ਕਿਵੇਂ ਚੱਲ ਗਈ ਸੀਗੀ ਜੀ ਪਾਲਿਸੀ, ਇਹ 2-4 ਫੋਨ 7 ਫੋਨ ਨਹੀਂ ਜੀ, ਦਰਜਨਾਂ ਫੋਨ ਭੰਨੇ ਨੇ ਜੀ ਇਹਨਾਂ ਨੇ, ਸੋ ਸਾਰਾ ਮਾਮਲਾ ਘੋਖਣਾ ਜੀ। ਤੇ ਉਹਨਾਂ ਨੇ ਜੀ ਇੱਕ ਗ੍ਰਿਫਤਾਰੀ ਨਵੀਂ ਪਾਤੀ, ਜੇਲ੍ਹ ਦੇ ਅੰਦਰ ਇਹ ਬੰਦੇ ਨੂੰ ਕਿ ਗ੍ਰਿਫਤਾਰੀ ਹੋਰ ਪੈ ਗਈ। ਉਸ ਤੋਂ ਬਾਅਦ ਚੱਲਦੇ ਜਦ ਇੱਕ ਤੀਜਾ ਮਾਮਲਾ ਹੋਰ ਸਾਹਮਣੇ ਆ ਗਿਆ। ਹੁਣ ਸੀਬੀਆਈ ਕਹਿੰਦੀ ਨਹੀਂ ਜੀ ਮਨੀਸ਼ ਸਿਸੋਦੀਆ ਦਾ ਜਸੂਸ ਵੀ ਆ ਜੀ। ਜਤਿੰਦਰ ਜੀ, ਇੱਕ ਪੈਗਾਸਸ ਨਾਂ ਦਾ ਨਾ ਬਹੁਤ ਮਸ਼ਹੂਰ ਹੋਇਆ ਸੀਗਾ ਕਿ ਜੋ ਐਪ ਟਾਈਪ ਆਉਂਦਾ ਹੈ ਕੁਛ, ਤੇ ਉਹ ਕਹਿੰਦੇ ਜੀ ਭਾਰਤ ਸਰਕਾਰ ਦੇ ਸਵਾਲਾਂ 'ਚ ਘਿਰ ਗਈ ਸੀ ਕਿ ਮੋਦੀ ਸਰਕਾਰ ਨੇ ਵੀ ਉਹ ਹਾਇਰ ਕੀਤਾ ਹੋਇਆ। ਇਹ ਕਹਿੰਦੇ ਜੀ ਵਿਰੋਧੀ ਧਿਰ ਦੇ ਲੀਡਰਾਂ ਦੇ, ਇਹ ਨਾਮੀ ਕਲਾਕਾਰਾਂ ਦੇ, ਇਹ ਵੱਡੇ ਵਕੀਲਾਂ ਦੇ, ਵੱਡੇ ਪੱਤਰਕਾਰਾਂ ਦੇ, ਇੱਥੋਂ ਤੱਕ ਕਿ ਕਹਿੰਦੇ ਜੱਜਾਂ ਤੱਕ ਦੇ ਵੀ ਫੋਨ ਰਿਕਾਰਡ ਸਾਰਾ ਟੈਪ ਕਰਦੇ ਨੇ। ਔਰ ਪੈਗਾਸਸ ਅਜਿਹਾ ਜਸੂਸ ਦੱਸਿਆ ਜਾਂਦਾ ਸੀ ਜਤਿੰਦਰ ਜੀ ਕਿ ਤੁਹਾਡਾ ਫੋਨ ਬੰਦ ਵੀ ਪਿਆ ਤਾਂ ਵੀ ਤੁਸੀਂ ਆਪਸ 'ਚ ਮੇਰੇ ਨਾਲ ਗੱਲ ਕਰ ਰਹੇ ਹੋ ਤਾਂ ਉਹ ਗੱਲਬਾਤ ਵੀ ਸੁਣੀ ਜਾ ਸਕਦੀ ਹੈ। ਉਹ ਕਹਿੰਦੇ ਜੀ ਤੁਹਾਡੇ ਬੰਦ ਪਏ ਫੋਨ ਦੇ ਵਿੱਚੋਂ ਤੁਹਾਡੀ ਗੈਲਰੀ 'ਚੋਂ ਫੋਟੋਆਂ ਤੱਕ ਉਹ ਚੱਕ ਸਕਦੇ ਨੇ, ਤੁਹਾਡੀ ਉਹਦੇ ਵਿੱਚੋਂ SMS ਤੱਕ ਪੜ੍ਹ ਸਕਦੇ ਨੇ, ਤੁਹਾਡੀ ਈਮੇਲ 'ਚ ਜਾ ਕੇ ਈਮੇਲ ਪੜ੍ਹ ਵੀ ਸਕਦੇ ਨੇ, ਈਮੇਲ ਕਿਸੇ ਨੂੰ ਕਰ ਵੀ ਸਕਦੇ ਨੇ। ਇੰਨਾ ਖਤਰਨਾਕ ਹੈ ਬਿਲਕੁਲ। ਤੇ ਕੀ ਉਸੇ ਤਰ੍ਹਾਂ ਦਾ ਕੋਈ ਪੈਗਾਸਸ ਤਾਂ ਨਹੀਂ ਹਾਸਲ ਕਰ ਲਿਆ ਸੀ ਮਨੀਸ਼ ਸਿਸੋਦੀਆ ਨੇ? ਇਹ ਸੀਬੀਆਈ ਨੂੰ ਲੱਗਦਾ ਬਿਲਕੁਲ। ਜਿਹੜੀ ਭਾਰਤ ਸਰਕਾਰ ਤੇ ਦੋਸ਼ ਲੱਗਦੇ ਨੇ ਜਸੂਸੀ ਕਰਾਉਣ ਦੇ, ਜਿਹੜੀ ਭਾਜਪਾ ਤੇ ਦੋਸ਼ ਲੱਗਦੇ ਨੇ ਜਸੂਸੀ ਕਰਾਉਣ ਦੇ, ਉਸੇ ਦੀ ਸਰਕਾਰ ਆ ਤੇ ਉਹਦੇ ਦੀ ਹੱਥਾਂ 'ਚ ਖੇਡਣ ਵਾਲੀ ਏਜੰਸੀ ਸੀਬੀਆਈ ਅੱਜ ਕਹਿੰਦੀ ਮਨੀਸ਼ ਸਿਸੋਦੀਆ ਵੀ ਜਸੂਸ ਆ। ਪਤਾ ਨਹੀਂ ਜਾਂਦਾ ਐਡੇ ਬੜੇ ਤੱਥ ਮਿਲ ਗਏ। ਹੁਣ ਹਵਾਲਾ ਕੀ ਆ? ਹਵਾਲਾ ਹੈਗਾ ਦਿੱਲੀ ਦੇ ਵਿੱਚ ਜਦੋਂ 2015 'ਚ ਕੇਜਰੀਵਾਲ ਦੀ ਸਰਕਾਰ ਬਣੀ ਤਾਂ ਸਰਕਾਰ ਬਣਦਿਆਂ ਹੀ ਇਹਨਾਂ ਨੇ ਇੱਕ ਫੀਡ ਬੈਂਕ ਗਰੁੱਪ ਬਣਾਇਆ ਕਿ ਫੀਡਬੈਕ ਹਾਇਰ ਕਰਨ ਨਾਲ। ਉਹ ਕਹਿੰਦੇ ਜੀ ਵਿਜੀਲੈਂਸ ਦੇ ਅਧੀਨ ਚੱਲੂਗਾ ਜੀ, ਇਹਦੇ ਅਧੀਨ ਕੰਮ ਕਰੂਗਾ, ਤੇ ਉਹਦੀ ਦੇਖ ਰੇਖ ਕਹਿੰਦੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਕਰਦੇ ਸੀ। ਉਹ ਫੀਡਬੈਕ ਜਿਹੜੀ ਇਕਾਈ ਬਣਾਈ, ਜਿਹੜਾ ਸੰਗਠਨ ਬਣਾਇਆ, ਉਹਦੇ ਤਹਿਤ ਕਹਿੰਦੇ ਜੀ ਉਹਨਾਂ ਨੂੰ ਕਹਿਤਾ ਕਿ ਕਿਸੇ ਦੀ ਵੀਡੀਓ ਬਣਾਉਣੀ ਪਵੇ ਬਣਾ ਲਿਓ ਜੀ, ਅੱਛਾ ਕਿਸੇ ਦਾ ਸਟਿੰਗ ਵੀ ਕਰਕੇ ਲਾਉਣਾ ਪਵੇ ਲਿਆਇਓ। ਤੇ ਕਹਿੰਦੇ ਇਹ ਸ਼ੁਰੂ ਹੋਇਆ ਫੀਡਬੈਕ ਵਾਲਾ ਗਰੁੱਪ, ਕਹਿੰਦੇ ਜੀ ਅਫਸਰਾਂ ਤੇ ਲਾਤਾ, ਅਧਿਕਾਰੀਆਂ ਤੇ ਲਾਤਾ, ਮੰਤਰੀਆਂ ਤੇ ਲਾਤਾ, ਉਦਯੋਗਪਤੀਆਂ ਤੇ ਲਾਤਾ, ਵਿਰੋਧੀਆਂ ਤੇ ਲਾਤਾ। ਕਹਿੰਦੇ ਜੀ ਇਹਨੂੰ ਸਾਰਾ ਕੁਝ ਕੰਟਰੋਲ ਮਨੀਸ਼ ਸਿਸੋਦੀਆ ਤੇ ਕੇਜਰੀਵਾਲ ਕਰਦੇ ਸੀ, ਉਹਨਾਂ ਦੀ ਦੇਖ ਰੇਖ 'ਚ ਹੁੰਦਾ ਸੀ। 2015 'ਚ ਸ਼ੁਰੂ ਹੋਇਆ ਤੇ 2016 'ਚ ਵਿਵਾਦਾਂ 'ਚ ਘਿਰ ਗਿਆ। ਉਸ 2016 ਤੋਂ ਚੱਲਦਾ ਚੱਲਦਾ ਹੁਣ ਸੀਬੀਆਈ ਨੂੰ ਕੇਸ ਦਰਜ ਕਰਨ ਦੀ ਇਜਾਜ਼ਤ ਆਈ। ਸੋ ਇਹਦਾ ਮਤਲਬ ਇੱਥੇ ਇੰਨਾ ਗੈਪ ਖੱਪਾ ਵੀ ਕਿਤੇ ਸੰਕੇਤ ਕਰਦਾ ਕਿ ਐਡੀ ਬੜੀ ਜਾਂਚ ਬਿਲਕੁਲ, ਜਾਂ ਫਿਰ ਇਹ ਹੁਣ ਰਾਜਨੀਤਿਕ ਕਾਰਵਾਈ ਜੀ, ਸੋ ਜਾਂ ਇਹ ਬੀਜੇਪੀ ਦੇ ਇਸ਼ਾਰੇ ਤੇ ਕਾਰਵਾਈ, ਜਾਂ ਸੱਚਮੁੱਚ ਮਨੀਸ਼ ਸਿਸੋਦੀਆ ਖਿਲਾਫ ਹੁਣ ਜਿਹੇ ਸਬੂਤ ਮਿਲ ਗਏ। ਸੋ ਇੱਧਰ ਕੇਜਰੀਵਾਲ ਕਹਿੰਦੇ ਨਹੀਂ ਜੀ ਨਹੀਂ, ਇਹ ਤਾਂ ਲੈ ਦੇ ਕੇ ਮਾਮਲਾ ਹੀ ਹੈ ਕਿ ਮਨੀਸ਼ ਸਿਸੋਦੀਆ ਇਮਾਨਦਾਰ ਬਹੁਤ ਆ ਤੇ ਬੀਜੇਪੀ ਉਹਨੂੰ ਫਸਾਉਣਾ ਚਾਹੁੰਦੀ ਆ ਕਿਉਂਕਿ ਉਹਦੇ ਹਿਸਾਬ ਨਾਲ ਨਹੀਂ ਚੱਲਿਆ, ਉਹਨਾਂ ਦੇ ਵਿੱਚ ਰਲਿਆ ਨਹੀਂ, ਅਸੀਂ ਉਹਨਾਂ ਦੀ ਬੋਲੀ ਨਹੀਂ ਬੋਲੇ। ਇਹ ਇਸ ਲਈ ਕਹਿੰਦੇ ਜੀ ਬੀਜੇਪੀ ਉਹਨੂੰ ਫਸਾ ਰਹੀ ਹੈ ਤਾਂ ਕਿ ਉਹ ਬਾਹਰ ਨਾ ਆ ਸਕੇ। ਪਹਿਲਾਂ ਸੀਬੀਆਈ ਫਿਰ ਈਡੀ, ਹੁਣ ਫਿਰ ਸੀਬੀਆਈ। ਸੋ ਇਸ ਲਈ ਕਹਿੰਦੇ ਇੰਨੇ ਮਾਮਲੇ 'ਚ ਉਲਝਾਉਣਾ ਕਿ ਉਹਦੀ ਜ਼ਮਾਨਤ ਨਾ ਹੋ ਸਕੇ। ਸੋ ਕਹਿੰਦੇ ਇਸ ਲਈ ਆ, ਪਰ ਕਿਹਾ ਇਹ ਜਾ ਰਿਹਾ ਕਿ ਉਸ ਹਵਾਲੇ ਨਾਲ ਕਹਿੰਦੇ ਇੰਨੇ ਲੋਕਾਂ ਦੀ ਜਸੂਸੀ ਕਰਾਈ ਗਈ ਕਿ ਜਿਹੜੇ ਮਾਮਲੇ 'ਚ ਹੁਣ ਮਨੀਸ਼ ਸਿਸੋਦੀਆ ਦਾ ਬਚਣਾ ਔਖਾ ਹੈ। ਸੋ ਇਸ ਲਈ ਸੀਬੀਆਈ ਦੀ ਨਜ਼ਰ 'ਚ ਹੁਣ ਮਨੀਸ਼ ਸਿਸੋਦੀਆ ਇਕੱਲਾ ਐਕਸਾਈਜ਼ ਧੋਖੇਬਾਜ਼ੀ ਨਹੀਂ, ਉਹਨਾਂ ਲਈ ਜਸੂਸ ਵੀ ਆ। ਪਰ ਇਹ ਜਸੂਸੀ ਦੇ ਪਿੱਛੇ ਕੀ ਭਾਜਪਾ ਦੀ ਰਾਜਨੀਤੀ ਆ ਜਾਂ ਸੱਚਮੁੱਚ ਗਲਤੀਆਂ ਨੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੇ, ਉਹ ਅਦਾਲਤ ਜਾ ਕੇ ਸਾਫ਼ ਹੋਣਗੀਆਂ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਦੀਪਕ ਜੀ, ਕੱਲ੍ਹ ਕੋਟਕਪੂਰਾ ਗੋਲੀकांड ਮਾਮਲੇ ਨੂੰ ਲੈ ਕੇ ਫਰੀਦਕੋਟ ਦੀ ਅਦਾਲਤ ਵਿੱਚ ਸੁਣਵਾਈ ਹੋਈ ਸੀ ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਗਾਊਂ ਜ਼ਮਾਨਤ ਦੇ ਲਈ ਅਰਜ਼ੀ ਲਾਈ ਹੋਈ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਜ਼ਮਾਨਤ ਤੇ ਮਿਲ ਗਈ, ਸੁਖਬੀਰ ਸਿੰਘ ਬਾਦਲ ਨੂੰ ਨਹੀਂ ਮਿਲੀ। ਕਹਿੰਦੇ ਕਿ ਹੁਣ ਉਹਨਾਂ ਨੂੰ ਗ੍ਰਿਫਤਾਰੀ ਦਾ ਡਰ ਸਤਾ ਰਿਹਾ, ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਸੁਖਬੀਰ ਸਿੰਘ ਬਾਦਲ ਤੇ। ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਲਗਭਗ ਤੈਅ ਹੁੰਦੀ ਨਜ਼ਰ ਆ ਰਹੀ ਹੈ ਜੀ। ਗ੍ਰਿਫਤਾਰੀ ਦੀ ਸੰਭਾਵਨਾ ਬਹੁਤ ਵੱਧ ਗਈ ਹੈ ਔਰ ਇਹ ਅਕਾਲੀ ਖੇਮਿਆਂ 'ਚ ਵੀ ਹੁਣ ਇਹਦਾ ਡਰ ਖੌਫ ਦੇਖਿਆ ਜਾ ਰਿਹਾ। ਬਿਲਕੁਲ ਅਸਲ 'ਚ ਕੋਟਕਪੂਰਾ ਗੋਲੀकांड ਮਾਮਲੇ 'ਚ ਸਿੱਟ ਨੇ ਜਿਹੜੀ 14,000 ਪੰਨਿਆਂ ਦੀ ਆਪਣੀ ਰਿਪੋਰਟ ਸੌਂਪੀ, ਉਹਦੇ ਵਿੱਚ ਮੁੱਖ ਸਾਜ਼ਿਸ਼ ਘਾੜੇ ਵਜੋਂ ਡੀਜੀਪੀ ਸੁਮੇਧ ਸੈਣੀ ਉਸ ਸਮੇਂ ਦੇ ਤੇ ਸੁਖਬੀਰ ਬਾਦਲ ਦਾ ਨਾਮ ਵੀ ਸ਼ਾਮਲ ਸੀਗਾ। ਸੋ ਉਸੇ ਨਾਤੇ ਕਿ 23 ਤਰੀਕ ਨੂੰ ਤਲਬ ਕਰ ਲਿਆ ਸੀ ਉਹਨਾਂ ਨੂੰ ਕੋਰਟ ਨੇ ਤੇ 23 ਮਾਰਚ ਨੂੰ ਪੇਸ਼ ਹੋਣ ਤੋਂ ਪਹਿਲਾਂ ਹੀ ਅਦਾਲਤ ਪਹੁੰਚ ਕੇ ਅਗਾਊਂ ਜ਼ਮਾਨਤ ਲਈ। ਤੇ ਉਸ ਅਗਾਊਂ ਜ਼ਮਾਨਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਉਮਰ ਦੇ ਤਕਾਜ਼ੇ ਦੇ ਹਿਸਾਬ ਨਾਲ, ਬੁਢਾਪੇ ਦੇ ਹਿਸਾਬ ਨਾਲ, ਹੈ ਨਾ,
ਉਹ ਸਾਊ ਚਿਹਰਾ ਬਣਾਉਣਾ ਆਉਂਦਾ ਬਾਦਲ ਸਾਹਿਬ ਨੂੰ, ਹੈ ਨਾ, ਉਹਦੇ ਹਵਾਲੇ ਨਾਲ ਫਿਰ ਮਤਲਬ ਕਿ ਇਹ ਨਿਰਦੇਸ਼ ਦੇ ਕੇ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਬਿਨਾਂ ਦੱਸੇ ਜੀ, ਤੁਸੀਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ, ਜੇਕਰ ਅਜਿਹਾ ਕੁਝ ਕੀਤਾ ਤਾਂ ਤੁਹਾਡੀ ਇਹ ਜ਼ਮਾਨਤ ਅਸੀਂ ਰੱਦ ਕਰ ਦਾਂਗੇ। ਤੇ ਇਸ ਲਈ ਇਹ ਕਹਿ ਕੇ ਉਹਨਾਂ ਨੂੰ ਤਾਂ 5 ਲੱਖ ਦੇ ਮੁਚਲਕੇ ਤੇ ਜ਼ਮਾਨਤ ਦੇਤੀ ਕਿ ਠੀਕ ਹੈ ਤੁਹਾਡੀ ਜ਼ਮਾਨਤ ਅਰਜੀ ਮਨਜ਼ੂਰ ਆ, ਪਰ ਸੁਖਬੀਰ ਸਿੰਘ ਬਾਦਲ ਨੂੰ ਰਾਹਤ ਨਹੀਂ ਮਿਲੀ। ਇੱਥੋਂ ਰਾਹਤ ਨਾ ਮਿਲਦਾ ਮਤਲਬ ਹੁਣ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ। ਪਰ ਇਹ ਅਜੇ ਵੀ ਸਵਾਲ ਖੜਾ ਜਤਿੰਦਰ ਜੀ, ਇਹ ਕੋਟਕਪੂਰਾ ਗੋਲੀकांड ਮਾਮਲਾ ਜੀ, ਇਹ ਉਹ ਮਾਮਲਾ ਜਿਹਦੇ ਵਿੱਚ ਪੁਲਿਸ ਨੇ ਸੰਗਤ ਤੇ ਫਾਇਰਿੰਗ ਕੀਤੀ ਔਰ 22 ਦੇ ਕਰੀਬ ਲੋਕ ਜ਼ਖਮੀ ਹੋ ਗਏ ਸੀ ਤੇ ਪੁਲਿਸ ਵਾਲੇ ਕਹਿੰਦੇ 8-10 ਸਾਡੇ ਵੀ ਬੰਦੇ ਜ਼ਖਮੀ ਹੋਏ ਨੇ। ਪਰ ਇਹ ਬਹਿਬਲ ਕਲਾਂ ਤੇ ਬਰਗਾੜੀ ਵਾਲਾ ਮਾਮਲਾ ਨਹੀਂ ਹੈ ਜੀ। ਬਹਿਬਲ ਕਲਾਂ ਬੇਅਦਬੀ ਔਰ ਬਰਗਾੜੀ ਕਾਂਡ ਉਹ ਸਾਰੇ ਮਾਮਲੇ, ਬੇਅਦਬੀ ਤੇ ਗੋਲੀ ਕਾਂਡ ਜਿਹ 'ਚ 2 ਸਿੱਖ ਨੌਜਵਾਨ ਸ਼ਹੀਦ ਵੀ ਹੋਏ, ਉਹ ਸਾਰਾ ਮਾਮਲਾ ਅਜੇ ਠੰਡੇ ਪਾਸੇ ਹੀ ਹੈ। ਜਾਂ ਉਹ ਇਸੇ ਨੂੰ ਦਿਖਾ ਕੇ ਉਹ ਦਿਖਾਉਣਾ ਕਿ ਅਸੀਂ ਇਨਸਾਫ ਦਿੱਤਾ, ਇਹ ਵੀ ਸ਼ੰਕੇ ਸ਼ੋਭੇ ਨੇ। ਜਾਂ ਉਹਨੂੰ 24 'ਚ ਵਰਤ ਲੈਣਾ ਹੈ ਨਾ, ਜਾਂ ਉਹਨੂੰ 25-26 ਜਦੋਂ ਦੂਜੀਆਂ ਵਿਧਾਨ ਸਭਾ ਦੀ ਚੋਣਾਂ ਆਉਣੀਆਂ ਫੇਰ ਵਰਤਣਾ, ਇਹ ਖਾਸੀਆਂ ਚਰਚਾਵਾਂ ਨੇ ਕਿ ਉਹਨੂੰ 27 'ਚ ਤਾਂ ਨਹੀਂ ਦੁਬਾਰਾ ਵਰਤਣਾ ਕਿਤੇ। ਸੋ ਇਸ ਲਈ ਇਹ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ। ਪਰ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਜੋ ਕੁਝ ਹੁਣ ਤੱਕ ਨਜ਼ਰ ਆ ਰਿਹਾ, ਚਾਹੇ ਉਹ ਸੁਮੇਧ ਸੈਣੀ ਦਾ ਮਾਮਲਾ ਹੋਵੇ, ਚਾਹੇ ਦੂਏ SSP ਦਾ ਮਾਮਲਾ ਹੋਵੇ, ਚਾਹੇ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਵੀ ਸੀ, ਇਹਦੇ ਮੁਰੇ ਸਵਾਲ ਹੈ ਕਿ ਉਸ ਸਮੇਂ ਅਚਾਨਕ ਹੀ ਗੁੜਗਾਉਂ ਕੀ ਕਰਨ ਭੱਜ ਗਏ ਸੀ, ਫਿਰ ਕਿਉਂ ਲੁਕੇ ਸੀ ਜਾ ਕੇ ਜੀ, ਕੀ ਕੋਈ ਸਲਾਹ ਮਸ਼ਵਰਾ ਕਰਨ ਗਏ ਸੀ, ਕਿਸੇ ਨੂੰ ਹਦਾਇਤ ਦੇਣ ਗਏ ਸੀ, ਉੱਥੋਂ ਚਲਾ ਰਹੇ ਸੀ। ਸੋ ਕਿੰਨੇ ਹੀ ਸਵਾਲ ਨੇ, ਉਹ ਜਾ ਕੇ ਅਦਾਲਤ 'ਚ ਸਾਫ਼ ਹੋਣਗੇ ਜਦੋਂ ਆਮੋ ਸਾਹਮਣਾ ਹੋਣਾ ਪਏਗਾ। ਫਿਲਹਾਲ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਤੇ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਵੀ ਵੱਧ ਗਈ ਹੈ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਆਪਾਂ ਲਗਾਤਾਰ ਇਸੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਚਰਚਾ ਕਰਦੇ ਆ ਰਹੇ ਹਾਂ ਕਿ ਪੜ੍ਹੇ ਲਿਖੇ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਘੁੰਮ ਰਹੇ ਨੇ, ਰੁਜ਼ਗਾਰ ਦੇ ਲਈ ਧਰਨੇ ਪ੍ਰਦਰਸ਼ਨ ਵੀ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਸਰਕਾਰਾਂ ਦੇ ਵੱਲੋਂ ਵਾਅਦਾ ਵੀ ਕੀਤਾ ਜਾਂਦਾ, ਪਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਤੇ ਹੁਣ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ 37% ਨੌਜਵਾਨ ਤਾਂ ਅਜਿਹੇ ਨੇ ਜਿਹੜੇ ਕੰਮ ਹੀ ਨਹੀਂ ਕਰਨਾ ਚਾਹੁੰਦੇ। ਜਤਿੰਦਰ ਜੀ, ਇਹ ਕੇਂਦਰ ਦੇ ਇੱਕ ਅਦਾਰੇ ਦਾ ਸਰਵੇ ਹੈ ਜੀ, ਕੇਂਦਰ ਦਾ ਇੱਕ ਅਦਾਰਾ ਅੰਕੜਾ ਵਿਭਾਗ ਜੀ, ਅੰਕੜਾ ਵਿਭਾਗ ਦਾ ਇੱਕ ਵਿੰਗ ਹੈ NSSO ਜੀ, ਨੈਸ਼ਨਲ ਸਰਵੇ ਹੈ ਨਾ, ਉਹ ਨੈਸ਼ਨਲ ਸੈਂਪਲ ਸਰਵੇ ਆਫਿਸ ਜੀ। ਸੋ ਉਹਦੇ ਵੱਲੋਂ ਇਹ ਸਰਵੇ ਕੀਤਾ ਗਿਆ। ਉਹਦੇ ਸਰਵੇ 'ਚ ਨਿਕਲ ਕੇ ਆਈ ਗੱਲ ਕਿ ਦੇਸ਼ ਦੇ ਵਿੱਚ ਜਿਹੜੇ ਨੌਜਵਾਨ ਪੜ੍ਹੇ ਲਿਖੇ ਵੀ ਨੇ ਜੀ, 15 ਸਾਲ ਤੋਂ ਲੈ ਕੇ 29 ਸਾਲ ਤੱਕ, ਮਤਲਬ 15 ਸਾਲ ਦਾ ਜਵਾਕ 10ਵੀਂ ਕਰ ਲੈਂਦਾ ਜੀ, ਤੇ 29 ਸਾਲ ਤੋਂ ਪਹਿਲਾਂ ਮਤਲਬ 24-25 ਸਾਲ 'ਚ ਬੰਦੇ ਦੀ ਗ੍ਰੈਜੂਏਸ਼ਨ ਹੋ ਜਾਂਦੀ ਹੈ। ਮਤਲਬ 15 ਸਾਲ ਤੋਂ ਲੈ ਕੇ 29 ਸਾਲ ਦੇ ਉਹ ਨੌਜਵਾਨ ਜਿਹੜੇ ਪੜ੍ਹੇ ਲਿਖੇ ਨੇ, ਜਿਹਨੇ ਸਕੂਲ ਤੋਂ ਲੈ ਕੇ +2 ਤੱਕ, +2 ਤੋਂ ਲੈ ਕੇ ਜਾਂ ਯੂਨੀਵਰਸਿਟੀਆਂ ਤੱਕ ਦੀ ਜਾਂ ਕਿਸੇ ਹੋਰ ਡਿਪਲੋਮਾ ਡਿਗਰੀਆਂ ਦੀ ਡਿਗਰੀਆਂ ਹਾਸਲ ਕੀਤੀਆਂ ਨੇ, ਸਰਟੀਫਿਕੇਟ ਹਾਸਲ ਕੀਤੇ ਨੇ, ਉਹ ਨੌਜਵਾਨ ਵੀ 33% ਜੀ, 32.9%, ਮਤਲਬ 33% ਵਿਹਲਾ ਹੈ ਜੀ। ਇਹਨਾਂ 'ਚੋਂ ਕਿੰਨੇ ਤਾਂ ਉਹ ਨੇ ਜਿਹੜੇ ਰੁਜ਼ਗਾਰ ਨਹੀਂ ਲੱਭਦੇ, 20% ਤੋਂ ਵੱਧ ਇਹਨਾਂ 'ਚ 33% ਜੋ ਨੇ ਜਿਹੜੇ ਕਹਿੰਦੇ ਨਾ ਸਾਨੂੰ ਲੋੜ ਨਹੀਂ ਜੀ, ਸਾਡਾ ਸਰੀ ਜਾਂਦਾ, ਸਾਨੂੰ ਕੰਮ ਹੀ ਨਹੀਂ ਲੋੜ। ਸੋ ਇਹੋ ਜਿਹੇ ਨੌਜਵਾਨ 33% ਦੇਸ਼ ਦੀ ਔਸਤ ਹੈ ਜੀ। ਪਰ ਦੁੱਖ ਵਾਲੀ ਗੱਲ ਇਹ ਹੈ ਕਿ ਦੇਸ਼ ਦੀ ਔਸਤ 33% ਹੈ ਤੇ ਇਸੇ ਤਰ੍ਹਾਂ ਪੜ੍ਹੇ ਲਿਖੇ ਵਿਹਲਿਆਂ ਦੀ ਪੰਜਾਬ ਦੀ ਔਸਤ 37% ਹੈ। ਪੰਜਾਬ ਬੇਰੁਜ਼ਗਾਰੀ ਦੇਸ਼ ਦੀ ਔਸਤ ਨਾਲੋਂ ਸਾਡੀ ਬੇਰੁਜ਼ਗਾਰੀ ਦਰ ਵੱਧ ਜੀ, ਹੈ ਨਾ। ਅੱਛਾ, ਦੇਸ਼ ਦੇ ਕਰਜ਼ੇ ਵਿੱਚ ਅਸੀਂ ਕਰਜ਼ੇ ਦੀ ਸਾਡੀ ਦਰ ਵੱਧ, ਹੈ ਨਾ। ਆ ਹੁਣ ਪੜ੍ਹੇ ਲਿਖੇ ਵਿਹਲਿਆਂ ਦੇ ਵਿੱਚ ਦੇਸ਼ ਦੀ ਔਸਤ ਨਾਲੋਂ ਸਾਡੀ ਔਸਤ ਵੱਧ, ਇਹਦਾ ਮਤਲਬ ਫਿਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਇਹ ਵੱਡਾ ਸਵਾਲ ਹੈ। ਦੇਸ਼ ਦੇ ਵਿੱਚ ਬੇਸ਼ੱਕ ਸਭ ਤੋਂ ਵੱਧ 54% ਲਕਸ਼ਦੀਪ ਦੇ ਨੌਜਵਾਨ ਇਹੋ ਜਿਹੇ ਪਾਏ ਗਏ ਜਿਹੜੇ ਪੜ੍ਹੇ ਲਿਖੇ ਵਿਹਲੇ ਨੇ, ਪਰ ਅਰੁਣਾਚਲ ਪ੍ਰਦੇਸ਼ ਦੀ ਵੀ ਮਤਲਬ ਅੰਕੜੇ ਦੱਸਦੇ ਨੇ ਉੱਥੇ ਸਿਰਫ 5% ਪਾਏ ਗਏ ਇਹੋ ਜਿਹੇ। ਸੋ ਇਹ ਵੀ ਤਾਂ ਫਰਕ ਦੇਖੋ ਤੁਸੀਂ। ਤੇ ਦੇਸ਼ ਦੇ ਵੱਡੇ ਸੂਬੇ ਨੇ ਜਿਹੜੇ UP ਬਿਹਾਰ, ਅਸੀਂ ਉਹਨਾਂ ਦੇ ਬਰਾਬਰ ਖੜੇ ਹਾਂ। ਇਹ ਤੋਂ ਹੋਰ ਸ਼ਰਮਨਾਕ ਕਾਰਾ ਕੀ ਹੋ ਸਕਦਾ ਕਿ ਦੇਸ਼ ਦੇ ਵਿੱਚ UP ਵਰਗੇ ਸੂਬੇ ਦੇ ਵਿੱਚ 36.7% ਲੋਕ ਇਹੋ ਜਿਹੇ ਪਾਏ ਗਏ ਨੌਜਵਾਨ ਜਿਹੜੇ 15 ਤੋਂ 29 ਸਾਲ ਦੇ ਪੜ੍ਹੇ ਲਿਖੇ ਨੇ ਪਰ ਵਿਹਲੇ ਨੇ, ਉਹ 36.7 ਨੇ। ਤੇ ਦੂਏ ਨੰਬਰ ਤੇ ਬਿਹਾਰ ਤੇ ਪੰਜਾਬ ਇਕੱਠਾ ਏ ਜਿਹਦੇ ਵਿੱਚ 36.5% ਨੇ ਤੇ ਅਸੀਂ UP ਤੇ ਬਿਹਾਰ ਦੇ ਬਰਾਬਰ ਖੜੇ ਹਾਂ। ਉਹ ਤੋਂ ਬਾਅਦ ਵਾਰੀ ਆਉਂਦੀ ਹੈ ਗੁਜਰਾਤ ਦੀ 33.9, ਉਹ ਤੋਂ ਬਾਅਦ ਹਰਿਆਣੇ ਦੀ ਵਾਰੀ ਆਉਂਦੀ ਹੈ 33.4 ਜੀ। ਸੋ ਇਹ ਸਾਰੇ ਅੰਕੜੇ ਦਰਸਾਉਂਦੇ ਨੇ ਜਿਹਦੇ ਵਿੱਚ 20% ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਕੰਮ ਹੀ ਨਹੀਂ ਲੱਭਦੇ ਕਦੇ, ਸਾਨੂੰ ਕੰਮ ਦੀ ਭਾਲ ਹੀ ਨਹੀਂ। ਇਸੇ ਤਰ੍ਹਾਂ 70% ਦੇ ਕਰੀਬ ਲੋਕ ਉਹ ਨੇ ਜਿਹੜੇ ਕਹਿੰਦੇ ਸਾਡਾ ਘਰ ਹੀ ਸਰ ਜਾਂਦਾ। 1.5 ਤੋਂ 2% ਉਹ ਨੇ ਜਿਹੜੇ ਕਹਿੰਦੇ ਸਿਹਤ ਨਹੀਂ ਸਾਡੀ ਠੀਕ ਜੀ, ਇਸ ਲਈ ਅਸੀਂ ਕੰਮ ਨਹੀਂ ਲੱਭਦੇ। ਜਤਿੰਦਰ ਜੀ, ਦੇਸ਼ ਦੀ ਔਸਤ 29 ਸਾਲ ਉਮਰ ਹੈ ਜੀ। ਇਸ ਸਮੇਂ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚੋਂ ਜਵਾਨ ਮੁਲਕਾਂ ਦੇ ਵਿੱਚੋਂ ਭਾਰਤ ਆਉਂਦਾ ਹੈ, ਜਿੱਥੇ ਮੁਲਕ ਦੇ ਵਾਸੀਆਂ ਦੀ ਔਸਤ ਐਵਰੇਜ ਉਮਰ 29 ਸਾਲ ਨਿਕਲਦੀ ਹੈ। ਇਹ ਤੋਂ ਵੱਧ ਹੋਰ ਨੌਜਵਾਨ ਮੁਲਕ ਕੀ ਹੋ ਸਕਦਾ ਕਿ ਸਾਡੇ ਕੋਲ ਇੰਨੀ ਜਵਾਨੀ ਹੈ ਕਿ ਸਾਡੀ 29 ਸਾਲ ਦੀ ਔਸਤ ਨਿਕਲਦੀ ਹੈ ਦੇਸ਼ ਦੀ ਜੀ। ਤੇ ਉਹਦੇ ਵਿੱਚ ਵੀ 29 ਸਾਲ ਤੋਂ ਥੱਲੇ ਤੱਕ ਵਾਲੇ ਲੋਕ, 15 ਤੋਂ ਲੈ ਕੇ 29 ਸਾਲ ਵਾਲੇ 33% ਲੋਕ ਕਹਿਣ ਕਿ ਅਸੀਂ ਪੜ੍ਹ ਲਿਖ ਤਾਂ ਗਏ ਪਰ ਸਾਨੂੰ ਨੌਕਰੀ ਦੀ ਕੋਈ ਲੋੜ ਹੀ ਨਹੀਂ, ਸਾਡਾ ਤਾਂ ਐਂ ਹੀ ਸਰਦਾ।
ਫਿਰ ਅਸੀਂ ਕਿਵੇਂ ਕਹੀ ਜਾਂਦੇ ਕਿ ਬੇਰੁਜ਼ਗਾਰੀ ਬਹੁਤ ਹੈ। ਪੰਜਾਬ ਦੇ ਅੰਦਰ ਲਗਾਤਾਰ ਮੁੱਦਾ ਬਣਦਾ ਕਿ ਯੂਪੀ ਤੋਂ ਲੋਕ ਆ ਗਏ ਜੀ, ਬਿਹਾਰ ਤੋਂ ਲੋਕ ਆ ਗਏ ਜੀ, ਹੋਰ ਨੇਪਾਲ ਤੋਂ ਆ ਗਏ ਜੀ, ਹੋਰ ਸੂਬਿਆਂ ਤੋਂ ਆ ਗਏ ਜੀ, ਇੱਥੇ ਆ ਕੇ ਸੜਕ ਤੇ ਕੋਈ ਰੇਹੜੀ ਦੇਖ ਲਓ ਜੀ, ਕਿਸੇ ਫੈਕਟਰੀ 'ਚ ਕੋਈ ਲੇਬਰ ਦੇਖ ਲਓ, ਕਿਸੇ ਮਿਸਤਰੀ ਨਾਲ ਕੰਮ ਕਰਦੇ ਕੋਈ ਬੰਦੇ ਦੇਖ ਲਓ, ਦੁਕਾਨਾਂ 'ਚ ਕੰਮ ਕਰਦੇ ਬੰਦੇ ਦੇਖ ਲਓ, ਘਰਾਂ 'ਚ ਨੌਕਰ ਦੇਖ ਲਓ, ਤੁਸੀਂ ਘਰ ਦੀ ਕੋਈ ਰਿਪੇਅਰ ਕਰਾਉਣੀ ਕੋਈ ਚੀਜ਼ ਕਰਨ ਜਾਣੀ ਦੇਖ ਲਓ, ਸਾਰੀ ਲੇਬਰ ਬਾਹਰ ਦੀ ਮਿਲਦੀ ਹੈ ਜੀ। ਬਿਲਕੁਲ। ਤੇ ਇਹਦਾ ਮਤਲਬ ਜੇ ਪੰਜਾਬ 'ਚ ਰੁਜ਼ਗਾਰ ਹੈ ਤਾਂ ਹੀ ਉਹ ਲੋਕ ਆ ਰਹੇ ਨੇ। ਬਿਲਕੁਲ। ਤੇ ਸਾਡੇ ਵਾਲੇ ਕਹਿੰਦੇ ਅਸੀਂ ਕੰਮ ਵੀ ਨਹੀਂ ਕਰਨਾ, ਤੇ ਜੇ ਕੰਮ ਕਰਨਾ ਤਾਂ ਰੁਜ਼ਗਾਰ ਵੀ ਅਸੀਂ ਆ ਕੇ ਬਾਹਰ ਕਰਨਾ, ਅਸੀਂ ਲੇਬਰ ਵੀ ਬਾਹਰ ਕਰ ਲੈਣੀ, ਡਾਲਰ ਵਾਲੀ ਲੇਬਰ ਕਰਨੀ, ਪੈਸਿਆਂ ਵਾਲੀ ਲੇਬਰ ਨਹੀਂ ਕਰਨੀ। ਸੋ ਇਹਦਾ ਮਤਲਬ ਅਸੀਂ ਕੰਮ ਕਰਨਾ ਹੀ ਨਹੀਂ ਚਾਹੁੰਦੇ, ਅਸੀਂ ਕੰਮਾਂ ਨੂੰ ਵੀ ਵਰਗ ਵੰਡ ਕਰ ਲਿਆ ਕਿ ਛੋਟਾ ਕੰਮ ਬੜਾ ਕੰਮ ਕਿਰਤ ਹਮੇਸ਼ਾ ਸਨਮਾਨਜਨਕ ਹੁੰਦੀ ਹੈ। ਸੋ ਇਸ ਲਈ ਇਹ ਅੰਕੜੇ ਦਰਸਾਉਂਦੇ ਨੇ ਕਿ ਪੰਜਾਬ ਲਈ, ਭਾਰਤ ਲਈ ਤਾਂ 33% ਦੇ ਹਵਾਲੇ ਨਾਲ ਵੱਡੀ ਫਿਕਰਮੰਦੀ ਆ, ਤੇ ਪਰ ਪੰਜਾਬ ਲਈ ਉਹ ਤੋਂ ਵੀ ਵੱਡੀ ਫਿਕਰਮੰਦੀ ਹੈ ਕਿ ਅਸੀਂ ਦੇਸ਼ ਦੀ ਔਸਤ ਨਾਲੋਂ ਵੀ ਕਿਤੇ ਜ਼ਿਆਦਾ ਖੜੇ ਹਾਂ। 37% ਸਾਡੇ ਕੋਲ ਉਹ ਨੌਜਵਾਨ ਨੇ ਜਿਹੜੇ ਪੜ੍ਹ ਲਿਖ ਗਏ, ਔਰ ਇਹਨਾਂ ਪੜ੍ਹੇ ਲਿਖਿਆਂ 'ਚ ਵੀ ਜਤਿੰਦਰ ਜੀ ਅੱਧੇ ਤੋਂ ਜ਼ਿਆਦਾ ਅਜਿਹੇ ਨੇ ਕਹਿੰਦੇ ਜਿਹੜੇ ਪੜ੍ਹ ਲਿਖ ਕੇ ਡਿਗਰੀਆਂ ਤਾਂ ਲੈ ਗਏ, ਇਹਨਾਂ ਨੂੰ ਕਹਿੰਦੇ ਜੀ ਈਮੇਲ ਨਹੀਂ ਭੇਜਣੀ ਆਉਂਦੀ ਜੀ, ਇਹਨਾਂ ਨੂੰ ਕਾਪੀ ਪੇਸਟ ਨਹੀਂ ਕਰਨਾ ਆਉਂਦਾ, ਇਹਨਾਂ ਨੂੰ ਕੰਪਿਊਟਰ ਤੇ ਨੈੱਟ ਨਹੀਂ ਖੋਲ੍ਹਣਾ ਆਉਂਦਾ। ਸੋ ਆਹ ਹਾਲਤ ਹੈ। ਇਹਦਾ ਮਤਲਬ ਕਿ ਇਹ ਡਿਗਰੀਆਂ ਵਿਕਦੀਆਂ ਨੇ। ਇੱਥੇ ਪੇਪਰਾਂ ਦਾ ਹੁਣੇ ਰੌਲਾ ਪੈ ਕੇ ਹਟਿਆ ਪੰਜਾਬ 'ਚ, ਚਾਹੇ ਉਹ ਸਕੂਲ ਵਾਲੇ ਸੀ ਚਾਹੇ ਉਹ ਅਧਿਆਪਕਾਂ ਵਾਲੇ ਸੀ, ਕਿ ਬੋਲਡ ਕਰ ਦਿਓ, ਕੀ ਐਂ ਬੋਲਡ ਕਰਕੇ ਤਾਂ ਨਹੀਂ ਆਨਸਰ ਲਿਖਾਏ ਜਾਂਦੇ। ਇਹ ਵੱਡੇ ਸਵਾਲ ਖੜੇ ਨੇ, ਔਰ ਪੰਜਾਬ ਦੀ ਜਵਾਨੀ ਲਈ ਇਹ ਵੱਡੀ ਫਿਕਰਮੰਦੀ ਹੈ। ਬਿਲਕੁਲ ਬਿਲਕੁਲ। ਤਾਂ ਦੀਪ ਜੀ, ਇੱਕ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਹ ਭਾਵੁਕ ਕਰ ਦੇਣ ਵਾਲੀਆਂ ਵੀ ਨੇ। ਇੱਕ ਵਿਆਹ ਹੈ ਲੜਕੀ ਦਾ ਤੇ ਉੱਥੇ ਨਾਨਕ ਛੱਕ ਲਾਈ ਜਾਂਦੀ ਹੈ, ਪੂਰੇ ਪਿੰਡ ਵੱਲੋਂ ਰਲ ਕੇ ਲਾਈ ਜਾਂਦੀ ਹੈ, ਜਿਸ ਨੂੰ ਦੇਖ ਕੇ ਉਹ ਲੜਕੀ ਵੀ ਵਿਆਹ ਵਾਲੀ ਬਹੁਤ ਰੋਂਦੀ ਹੈ। ਕਿਵੇਂ ਵੇਖਦੇ? ਬਿਲਕੁਲ, ਇਹ ਬੜਾ ਭਾਵੁਕ ਦ੍ਰਿਸ਼ ਵੀ ਸੀਗਾ, ਔਰ ਸਾਡੇ ਰਿਸ਼ਤਿਆਂ ਦੀ ਮਜ਼ਬੂਤੀ ਦਾ ਇੱਕ ਪਹਿਲੂ ਵੀ ਸੀਗਾ ਜੀ। ਰਾਜਸਥਾਨ ਦਾ ਇੱਕ ਪਿੰਡ ਹੈ ਨੇਠਰਾਣਾ ਜੀ, ਹਨੂਮਾਨ ਜ਼ਿਲ੍ਹਾ ਹੈ ਜਿਹੜਾ ਰਾਜਸਥਾਨ ਦਾ, ਉਹਦਾ ਪਿੰਡ ਹੈ ਨੇਠਰਾਣਾ, ਔਰ ਵੱਡਾ ਪਿੰਡ ਹੈ ਜਤਿੰਦਰ ਜੀ। ਉੱਥੇ ਕਹਿੰਦੇ 14,000 ਦੀ ਆਬਾਦੀ ਆ ਉਸ ਪਿੰਡ ਦੀ, ਤੇ ਉਸ ਪਿੰਡ ਦੀ ਇੱਕ ਕੁੜੀ ਹਰਿਆਣਾ 'ਚ ਵਿਆਹੀ ਹੋਈ ਆ। ਫਤਿਆਬਾਦ ਦਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਬਾਗੜ ਜੀ, ਉੱਥੇ ਵਿਆਹੀ ਹੋਈ ਸੀ। ਹੁਣ ਉਹ ਕੁੜੀ ਜਦੋਂ ਰਾਜਸਥਾਨ ਤੋਂ ਹਰਿਆਣਾ 'ਚ ਵਿਆਹ ਕੇ ਆ ਗਈ, ਉਸ ਤੋਂ ਬਾਅਦ ਉਹਦੇ ਮਾਂ-ਬਾਪ ਚੜ੍ਹਾਈ ਕਰ ਗਏ ਜੀ, ਤੇ ਜਿਹਨੂੰ ਵਿਆਹੀ ਸੀ ਉਹ ਐਕਸੀਡੈਂਟ 'ਚ ਮਾਰਿਆ ਗਿਆ, ਤੇ ਉਹਦਾ ਭਰਾ ਜਿਹੜਾ ਸੀ ਉਹਨੇ ਵਿਆਹ ਵੀ ਨਹੀਂ ਕਰਾਇਆ, ਕੁਛ ਨਹੀਂ ਕਰਾਇਆ, ਤੇ ਬਾਅਦ 'ਚ ਉਹ ਸਾਧ ਬਣ ਗਿਆ ਜੀ। ਸਾਧ ਬਣਨ ਤੋਂ ਬਾਅਦ ਉਹ ਵੀ ਚੜ੍ਹਾਈ ਕਰ ਗਿਆ, ਤੇ ਹੁਣ ਉਹ ਕੁੜੀ ਇਕੱਲੀ ਰਹਿ ਗਈ। ਸਮਝ ਲਓ ਉਹਦੇ ਪੇਕਿਆਂ 'ਚ ਵੀ ਕੋਈ ਨਹੀਂਗਾ, ਇੱਧਰੋਂ ਵੀ ਉਹਨੂੰ ਕੋਈ ਸਹਾਰਾ ਨਹੀਂ, ਤੇ ਪਹਿਲੇ ਉਹ ਆਮ ਤੌਰ ਤੇ ਆਰਥਿਕ ਤੌਰ ਤੇ ਗਰੀਬ ਪਰਿਵਾਰ ਤੋਂ ਸੀ, ਤੇ ਉਹਦੀਆਂ ਸਿਰਫ 2 ਧੀਆਂ ਹੀ ਸੀ। ਉਹਨਾਂ 2 ਧੀਆਂ ਦਾ ਜਦੋਂ ਉਹਨੇ ਵਿਆਹ ਰੱਖਿਆ, ਤਦ ਉਹ ਕੁੜੀਆਂ ਜਦੋਂ ਆਪਣੀ ਬੱਚਿਆਂ ਦਾ ਵਿਆਹ ਰੱਖਦੀਆਂ ਨੇ ਤਾਂ ਆਪਣੇ ਪੇਕਿਆਂ ਨੂੰ ਸੱਦਾ ਦੇਣ ਜਾਂਦੀਆਂ ਨੇ। ਬਿਲਕੁਲ। ਤੇ ਉਸ ਨੇ ਆਪਣੀ ਕੁੜੀਆਂ ਦਾ ਵਿਆਹ ਰੱਖਣ ਮੌਕੇ ਆਪਣੇ ਪੇਕੇ ਪਿੰਡ, ਉਹ ਜਿਹੜਾ ਨੇਠਰਾਣਾ ਰਾਜਸਥਾਨ ਦਾ ਪਿੰਡ ਆ, ਉੱਥੇ ਜਾਂਦੀ ਆ। ਹੁਣ ਉਹਦਾ ਭਰਾ ਸਾਧ ਹੋ ਗਿਆ ਸੀ, ਤੇ ਸਾਧ ਕਰਕੇ ਜਦੋਂ ਚੜ੍ਹਾਈ ਕਰ ਗਿਆ ਤਾਂ ਉਹਦੀ ਸਮਾਧ ਬਣੀ ਵੀ ਆ ਜੀ। ਹੁਣ ਉਹਦਾ ਘਰ-ਬਾਰ ਟਿਕਾਣਾ ਕੁਛ ਨਹੀਂਗਾ, ਉਹਦੇ ਕੋਲ ਲੈ ਦੇ ਕੇ ਆਪਣੇ ਭਰਾ ਦੀ ਸਮਾਧ ਆ, ਤੇ ਉਹ ਆਪਣੇ ਪੇਕਿਆਂ ਸੱਦਾ ਦੇਣ ਜਾਂਦੀ ਹੈ ਕਿ ਭਾਈ ਧੀਆਂ ਦਾ ਵਿਆਹ ਮੇਰੀਆਂ ਦਾ, ਤੇ ਉਹ ਆਪਣੇ ਭਰਾ ਦੀ ਸਮਾਧ ਤੇ ਟਿੱਕਾ ਲਾ ਕੇ ਉੱਥੇ ਸੱਦਾ ਰੱਖਿਆ ਹੁੰਦੀ ਆ। ਤੇ ਜਦੋਂ ਉੱਥੋਂ ਵਾਪਸ ਆਉਂਦੀ ਆ, ਤੇ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਕਿ ਸਾਡੇ ਪਿੰਡ ਦੀ ਕੁੜੀ ਆਈ ਤੇ ਉਹ ਐਂ ਸੱਦਾ ਦੇ ਕੇ ਮੁੜ ਗਈ। ਜਦੋਂ ਵਾਪਸ ਚਲੀ ਜਾਂਦੀ ਹੈ ਤਾਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਸਾਡੇ ਪਿੰਡ ਦੀ ਇੱਕ ਕੁੜੀ ਨੇ ਐਂ ਸੱਦਾ ਦਿੱਤਾ ਆਪਣੇ ਭਰਾ ਦੀ ਸਮਾਧ ਤੇ ਜਤਿੰਦਰ ਜੀ ਉਹ ਪਿੰਡ ਇਕੱਠ ਕਰਦਾ ਜੀ, ਇਕੱਠ ਕਰਕੇ ਉਹ ਪਿੰਡ ਤੈਅ ਕਰਦਾ ਕਿ ਆਪਾਂ ਨਾਨਕ ਛੱਕ ਭਰਾਂਗੇ। 7 ਲੱਖ ਰੁਪਈਆ ਉਹ ਨਾਨਕ ਛੱਕ ਦਾ ਪਿੰਡ ਵਾਲੇ ਇਕੱਠਾ ਕਰਕੇ ਲੈ ਕੇ ਜਾਂਦੇ ਨੇ। 500 ਤੋਂ ਵੱਧ ਸੂਟ ਲੈ ਕੇ ਜਾਂਦੇ ਨੇ, ਗਹਿਣਾ ਟਕਾ ਭਾਂਡਾ ਸਾਰਾ ਕੁਝ ਲੈ ਕੇ ਜਾਂਦੇ ਨੇ, ਔਰ 1 ਜਾਂ 2 ਬੰਦੇ ਨਹੀਂ, ਪਿੰਡ ਦੇ 700 ਬੰਦੇ ਨਾਨਕ ਛੱਕ ਭਰਨ ਜਾਂਦੇ ਨੇ ਜੀ। ਤੇ ਉਹ ਕੁੜੀ ਆਪਣੇ ਪਿੰਡ ਵਾਲਿਆਂ ਦੇ ਗਲ ਲੱਗ ਕੇ ਕਹਿੰਦੀ ਆ ਕਿ ਅੱਜ ਮੇਰਾ ਇੱਕ ਭਰਾ ਨਹੀਂ, ਇੱਕ ਮਾਂ ਪਿਓ ਨਹੀਂ, ਇੰਨੇ ਮਾਂ ਪਿਓ ਤੇ ਭਰਾ ਖੜੇ ਨੇ ਕਿ ਉਹ ਭੁੱਬਾਂ ਮਾਰ ਕੇ ਰੋ ਪੈਂਦੀ ਆ। ਤੇ ਉਹ ਜਿਹੜੀਆਂ ਧੀਆਂ ਦਾ ਵਿਆਹ ਸੀ ਉਹਨਾਂ ਦਾ ਵੀ ਮਤਲਬ ਪਿੰਡ ਸਾਰਾ ਭਾਵੁਕ ਹੋ ਜਾਂਦਾ ਕਿ 700 ਬੰਦਾ ਇੱਕ ਪਿੰਡ ਦਾ ਆਇਆ ਹੋਵੇ, 7 ਲੱਖ ਰੁਪਈਆ ਉਹ ਨਾਨਕ ਛੱਕ ਦਾ ਝੋਲੀ ਪਾਵੇ, ਗਹਿਣਾ ਪਾਵੇ, ਭਾਂਡੇ ਟਕੇ ਪਾਵੇ, ਔਰ ਜਿਹੜੇ 700 ਆਏ ਉਹਨਾਂ ਨੇ ਵੀ ਇਕੱਲੇ ਨੇ ਵੱਖਰਾ ਸ਼ਗਨ ਫੇਰ ਅੱਡ ਪਾਇਆ, ਤੇ 10 ਲੱਖ ਦੇ ਕਰੀਬ ਨਗਦ ਸ਼ਗਨ, 500 ਤੋਂ ਵੱਧ ਸੂਟ ਤੇ ਗਹਿਣਾ ਟਕਾ। ਇਹੀ ਜੀ ਨਾਨਕ ਛੱਕ ਅੱਜ ਤੱਕ ਨਹੀਂ ਦੇਖੀ। ਸੋ ਇਸ ਨਾਨਕ ਛੱਕ ਨੇ ਕੱਲਾ ਇਹ ਨਹੀਂਗਾ ਕਿ ਉਹਨਾਂ ਨੇ ਆਪਣੇ ਧੀ ਦੀ ਲਾਜ ਰੱਖੀ ਜਾਂ ਪਿੰਡ ਦੀ ਲਾਜ ਰੱਖੀ ਜਾਂ ਉਹਨਾਂ ਨੂੰ ਲੱਗਿਆ ਕਿ ਸਾਡਾ ਫਰਜ਼ ਆ, ਇਹਨੇ ਇਹ ਦਿਖਾਤਾ ਕਿ ਪਿੰਡਾਂ 'ਚ ਜਿਹੜੀ ਰਿਸ਼ਤਿਆਂ ਦੀ ਅਹਿਮੀਅਤ ਆ ਉਹ ਅਜੇ ਵੀ ਬਰਕਰਾਰ। ਸੋ ਇਹ ਰਾਜਸਥਾਨ ਨੂੰ ਸਮੁੱਚੇ ਨੂੰ ਮਾਣ ਹੋਇਆ, ਇਸ ਮਿੱਟੀ ਨੂੰ ਮਾਣ ਹੋਇਆ, ਉੱਤਰੀ ਭਾਰਤ ਨੂੰ ਮਾਣ ਹੋਇਆ, ਔਰ ਸਾਨੂੰ ਮਾਣ ਹੋਇਆ ਕਿ ਅਸੀਂ ਆਪਣੇ ਰਿਸ਼ਤਿਆਂ ਦੀ ਅਜੇ ਕਦਰ ਕਰਨਾ ਜਾਣਦੇ। ਜਿਹੜੇ ਕਹਿੰਦੇ ਇਸ ਮਿੱਟੀ 'ਚ ਜ਼ਹਿਰ ਘੁਲ ਗਿਆ, ਸਾਡੀਆਂ ਨਸਾਂ 'ਚ ਜ਼ਹਿਰ ਘੁਲ ਗਿਆ, ਉਹ ਦੇਖਣ ਕਿ ਜੇਕਰ ਮਿੱਟੀ ਫਰੋਲੋਂ
ਤਾਂ ਉਹਦੇ ਵਿੱਚੋਂ ਚੰਗਾ ਉੱਗਦਾ। ਉਹਨੇ ਬਹੁਤ ਇੱਕ ਸ਼ਾਨਦਾਰ ਦੇਸ਼ ਮੂਰੇ, ਦੁਨੀਆ ਮੂਰੇ, ਸਮਾਜ ਮੂਰੇ ਉਦਾਹਰਨ ਪੇਸ਼ ਕੀਤੀ ਆ ਨੇਠ ਰਾਣਾ ਪਿੰਡ ਦੇ ਲੋਕਾਂ ਨੇ, ਔਰ ਉਸ ਧੀ ਦੀ ਲਾਜ ਰੱਖ ਕੇ ਉਹਨਾਂ ਨੇ ਦਿਖਾਇਆ ਕਿ ਐਦਾਂ ਵੀ ਰਿਸ਼ਤੇ ਨਿਭਾਏ ਜਾਂਦੇ ਨੇ। ਸੋ ਸਲਾਮ ਹੈ ਉਸ ਪਿੰਡ ਨੂੰ ਤੇ ਸਲਾਮ ਹੈ ਉਸ ਧੀ ਨੂੰ ਜਿਹਦੇ ਉੱਤੇ ਇਹੋ ਜਿਹੇ ਪਰਿਵਾਰ ਦਾ ਸਾਇਆ ਹੈ। ਮੈਨੂੰ ਲੱਗਦਾ ਉਹਦੇ ਮਾਂ-ਬਾਪ ਹੁਣ ਸਦਾ ਜਿਉਂਦੇ ਨੇ, ਔਰ ਇਹ ਹੋਰ ਪਿੰਡ ਦੀਆਂ ਧੀਆਂ ਲਈ ਵੀ ਇੱਕ ਉਦਾਹਰਨ ਬਣ ਕੇ ਪੇਸ਼ ਹੋਇਆ ਹੈ। ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥਲ ਜੀ ਇਹਨਾਂ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸੋਮਵਾਰ ਨੂੰ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।